ਆਪਣੇ ਕਿਉ ਪਾਦ ਘਰ ਜਾਹੀ। ਇਹ ਪਾਵਨ ਪਵਿੱਤਰ ਸ਼ਬਦ ਦੀ 5ਵੀਂ ਪੌੜੀ ਹੈ। ਇਸ ਦੀ ਪ੍ਰਾਰੰਭਤਾ 766 ਅੰਗ ਤੋਂ ਸੰਪੂਰਨਤਾਈ 767 ਅੰਗ ਤੇ ਹੈ। 9 ਪੌੜੀਆਂ ਦਾ ਸ਼ਬਦ ਹੈ। 4 ਪੌੜੀਆਂ ਦੀਆਂ ਵਿਚਾਰਾਂ ਆਪਾਂ ਨੇ ਪਿਛਲੇ ਦਿਨ ਵਿਚਾਰੀਆਂ ਸਨ। ਪਾਵਨ ਸ਼ਬਦ ਦੇ ਅੰਦਰ ਗੁਰੂ ਜੀ ਰਹਿਮਤ ਕਰਦੇ ਨੇ 5ਵੀਂ ਪੌੜੀ ਦੇ ਅੰਦਰ ਸਾਜਨ ਹੋਵਣ ਆਪਣੇ ਕਿਉਂ ਪਰ ਘਰ ਜਾਹੀ। ਇਹਨੂੰ ਇਸ ਤਰ੍ਹਾਂ ਸਮਝ ਲਈਏ ਜਿਵੇਂ ਅਸੀਂ ਸਾਰੇ ਗੁਰੂ ਘਰ ਦੇ ਵਿੱਚ ਰਹਿੰਦੇ ਹਾਂ ਤੇ ਗੁਰੂ ਘਰ ਦੇ ਖਜ਼ਾਨਚੀ ਨੇ ਬਾਬਾ ਜੋਗਿੰਦਰ ਸਿੰਘ ਜੀ। ਜਦੋਂ ਸਾਨੂੰ ਕੋਈ ਲੋੜ ਪਵੇ ਤੇ ਅਸੀਂ ਇਹਨਾਂ ਤੋਂ ਆਪਣੀ ਲੋੜ ਪੂਰੀ ਕਰੀਏ। ਸਾਜਨ ਹੋਵਣ ਆਪਣੇ, ਜਦੋਂ ਸਾਡੇ ਆਪਣੇ ਸੱਜਣ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਮਹਾਰਾਜ ਜੀ ਨੇ ਇਹਨਾਂ ਦੇ ਲੜ ਸਾਨੂੰ ਲਾਏ, ਫਿਰ ਸਾਡੇ ਆਪ ਦੇ ਦੁੱਖ ਸੁੱਖ ਜਿਹੜੇ ਨੇ ਇਹ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਅੱਗੇ ਸਾਨੂੰ ਅਰਦਾਸ ਬੇਨਤੀ ਕਰਕੇ ਪੇਸ਼ ਕਰਨੇ ਚਾਹੀਦੇ ਨੇ ਕਿ ਇਹ ਸੱਚੇ ਸਤਿਗੁਰ ਤੂੰ ਸਾਡਾ ਸੱਜਣ ਹੈ। ਸਾਡੇ ਦੁਨਿਆਵੀ ਕਾਰਜ, ਸਾਡੇ ਦੁੱਖ ਸੁੱਖ ਜਿਹੜੇ ਨੇ ਉਹ ਅਸੀਂ ਆਪ ਜੀ ਦੇ ਅੱਗੇ ਹੀ ਰੱਖਦੇ ਹਾਂ। ਕਿਉਂ ਪਰ ਕਰ ਜਾਈ, ਤੈਨੂੰ ਛੱਡ ਕੇ ਫਿਰ ਅਸੀਂ ਕਿਉਂ ਕਿਸੇ ਬੂਬਣੇ ਦੇ ਪਾਸ ਜਾਣਾ ਕਰੀਏ, ਜਾਂ ਕਿਸੇ ਤਾਂਤਰਿਕ ਮਾਂਤਰਿਕ ਦੇ, ਜਾਂ ਹੋਰ ਕਿਸੇ ਕਬਰਾਂ ਆਦਿਕ ਨੂੰ ਮੰਨਣ ਵਾਲੇ ਦੇ ਪਾਸ, ਜਾਂ ਕਿਸੇ ਦੇਵੀ ਦੇਵਤੇ ਦੇ ਪਾਸ ਕਿਉਂ ਜਾਣਾ ਕਰੀਏ ਜੀ। ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ ਸਾਜਨ ਰਾਤੇ ਸੱਚ ਕੇ। ਸਾਡੇ ਜਿਹੜੇ ਸੱਜਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ, ਇਹ ਸੱਚ ਦੀ ਪ੍ਰੀਤ ਦੇ ਵਿੱਚ ਰੰਗੇ ਹੋਏ ਨੇ। ਉਸ ਪ੍ਰਭੂ ਪਰਮਾਤਮਾ ਦੇ ਨਾਲ ਇਹਨਾਂ ਦੀ ਸੱਚ ਦੀ ਪ੍ਰੀਤ ਹੈ। ਧੰਨ ਗੁਰਬਾਣੀ ਦੇ ਅੰਦਰ ਸੱਚ ਦੀ ਗੱਲ ਆਖੀ ਗਈ ਹੈ। ਸਾਜਨ ਰਾਤੇ, ਰਾਤੇ ਦਾ ਅਰਥ ਹੈ ਰੰਗੇ ਹੋਏ, ਰਤੇ ਹੋਏ। ਸੱਚ ਕੇ, ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਜੋ ਸਾਡਾ ਗੁਰੂ ਹੈ, ਸਾਡਾ ਸੱਜਣ ਹੈ, ਜਿਹੜਾ ਦੁੱਖ ਸੁੱਖ ਹੈ ਉਹ ਸੱਜਣਤਾਈ ਦਾ ਹੀ ਹੁੰਦਾ ਹੈ, ਸੱਜਣ ਨੂੰ ਹੀ ਦੱਸਿਆ ਜਾਂਦਾ ਹੈ। ਜਿਹਦੇ ਨਾਲ ਮਨ ਮਿਲਿਆ ਹੋਵੇ ਫਿਰ ਉਹ ਤੇ ਆਪਣੇ ਮਨ ਦੇ ਜਿਹੜੇ ਦੁੱਖ ਨੇ ਉਹ ਫੁੱਲੇ ਜਾਂਦੇ ਨੇ। ਸਾਜਨ ਰਾਤੇ ਸੱਚ ਕੇ, ਇਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚ ਦੇ ਵਿੱਚ ਰੰਗੇ ਹੋਏ ਨੇ। ਇੱਥੇ ਰੰਚਕ ਮਾਤਰ ਵੀ ਝੂਠ ਨਹੀਂ। ਧੰਨ ਗੁਰਬਾਣੀ ਦੇ ਅੰਦਰ ਜੇ ਕੁਝ ਨਹੀਂ ਹੈਗਾ ਤੇ ਉਹ ਝੂਠ ਨਹੀਂ। ਜੋ ਵੀ ਹੈ ਸੱਚ ਹੈ, ਜੋ ਆਖੇ ਸੱਚ ਆਖੇ। ਜਿਤਨੀ ਵੀ ਪ੍ਰੇਰਨਾ ਦਿੱਤੀ ਗਈ ਹੈ, ਉਪਦੇਸ਼ ਦਿੱਤਾ ਗਿਆ, ਉਹ ਸਾਰਾ ਸੱਚ ਦਾ ਹੈ। ਸੰਗੇ ਮਨ ਮਾਹੀ, ਸਾਡੇ ਅੰਗ ਸੰਗ ਨੇ ਤੇ ਮਨ ਦੇ ਵਿੱਚ ਨੇ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਉਹ ਅਕਾਲ ਪੁਰਖ ਸਾਡੇ ਸੱਜਣ ਨੇ। ਉਹਨਾਂ ਦੇ ਹੁੰਦਿਆਂ ਫਿਰ ਅਸੀਂ ਉਹਨਾਂ ਨੂੰ ਛੱਡ ਕੇ ਕਿਸੇ ਹੋਰ ਦੇ ਕੋਲ ਕਿਉਂ ਜਾਈਏ। ਉਹਨਾਂ ਦੀ ਪ੍ਰੀਤ ਹੈ ਜਿਹੜੀ ਉਹ ਸੱਚ ਦੀ ਹੈ, ਸੱਚ ਦੇ ਵਿੱਚ ਰੰਗ ਲੈਂਦੇ ਨੇ ਤੇ ਸਾਡੇ ਮਨ ਦੇ ਸੰਗੀ ਨੇ, ਮਨ ਦੇ ਵਿੱਚ ਵਸ ਕੇ ਰਹਿੰਦੇ ਹਨ ਜੀ। ਮਨ ਮਾਹੇ ਸਾਜਨ ਕਰਹਿ ਰਲਿਆ, ਕਰਮ ਧਰਮ ਸਬਾਇਆ। ਜਿਨ੍ਹਾਂ ਦੇ ਮਨ ਦੇ ਵਿੱਚ ਸੱਚੇ ਸਤਿਗੁਰੂ ਨੇ ਵਾਸਾ ਮਾਨ ਕਰ ਲਿਆ ਨਾ, ਉਹ ਫਿਰ ਮਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਲ ਆਨੰਦ ਮਾਣਦੇ ਨੇ। ਰਲੀਆ ਦਾ ਅਰਥ ਹੁੰਦਾ ਆਨੰਦ ਮਾਣਨਾ, ਰਲ ਮਿਲ ਕੇ ਰਹਿਣਾ, ਖੁਸ਼ੀ ਦੇ ਨਾਲ ਰਹਿਣਾ, ਮਿਲ ਜੁਲ ਕੇ ਰਹਿਣਾ, ਇਹਨੂੰ ਆਖਦੇ ਨੇ ਰਲੀਆ। ਰਲ ਮਿਲ ਕੇ ਰਹਿਣਾ, ਇੱਕ ਦੂਜੇ ਦੇ ਨਾਲ ਪ੍ਰੇਮ ਭਾਵ ਦੇ ਨਾਲ ਰਹਿਣਾ, ਮਿਲ ਜੁਲ ਕੇ ਰਹਿਣਾ, ਸਾਂਝ ਬਣਾ ਕੇ ਰੱਖਣਾ, ਇਸ ਤਰ੍ਹਾਂ ਦਾ ਜੀਵਨ ਜਿਉਣਾ। ਮਨ ਮਾਏ ਸਾਜਨ ਕਰੇ ਰਲੀਆਂ, ਜਿਹੜੇ ਮਨ ਕਰਕੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਮਿਲੇ ਹੋਏ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਦਾ ਵਾਸ ਹੈ, ਉਹ ਫਿਰ ਉਸ ਪ੍ਰਭੂ ਪਰਮਾਤਮਾ ਦੇ ਨਾਲ ਆਨੰਦ ਮਾਣਦੇ ਨੇ। ਇਹ ਮੇਲ 3 ਪ੍ਰਕਾਰ ਦਾ ਹੁੰਦਾ ਹੈ। ਕੱਲ੍ਹ ਵੀ ਦਾਸ ਨੇ ਦੱਸਿਆ ਸੀ, ਅੱਜ ਫਿਰ ਥੋੜ੍ਹੀ ਜਿਹੀ ਖੇਚਲਾ ਕਰ ਲੈਂਦੇ ਹਾਂ। ਇੱਕ ਮੇਲ ਹੈ ਸਿਰਫ ਪੈਸੇ ਦਾ।
ਸਿਰਫ ਮਾਇਆ ਕਰਕੇ ਮੇਲ ਹੈ, ਪੈਸੇ ਕਰਕੇ ਮੇਲ ਹੈ। ਜਦੋਂ ਪੈਸਾ ਕੰਡ ਦੇ ਗਿਆ ਤੇ ਫਿਰ ਜਿਹੜੇ ਪੈਸੇ ਕਰਕੇ ਜੁੜੇ ਸਨ ਉਹ ਵੀ ਕੰਡ ਦੇ ਜਾਂਦੇ ਨੇ। ਭਗਤ ਰਹਿਮ ਜੀ ਹੋਏ ਨੇ, ਇਹਨਾਂ ਨੇ ਆਪਣੀ ਰਚਨਾ ਦੇ ਵਿੱਚ ਲਿਖਿਆ ਹੈ ਕਿ ਇਹ ਸੰਸਾਰ ਜਿਹੜਾ, ਇਹਦੇ ਵਿੱਚ ਜੇ ਸਾਡੇ ਕੋਲ ਪੈਸਾ ਹੈ ਨਾ ਤੇ ਸਾਰੇ ਹੀ ਸਾਡੇ ਨੇ। ਰਹਿਮਨ ਜਬ ਲਗ ਪੈਸਾ ਗਾਠ ਮੇਂ, ਗਾਠ ਦਾ ਅਰਥ ਹੈ ਗੰਢ ਵੱਜੀ ਹੋਈ ਸਾਡੇ ਕੋਲੇ, ਸਾਡੀ ਜੇਬ 'ਚ ਬੰਨੇ ਹੋਏ ਨੇ ਪੈਸੇ ਹੈਗੇ ਨੇ। ਰਹਿਮਨ ਜਬ ਲਗ ਪੈਸਾ ਗਾਠ ਮੈਂ ਤਬ ਲਗ ਸਾਰੇ ਯਾਰ। ਜਦੋਂ ਤੱਕ ਸਾਡੀ ਜੇਬ ਦੇ ਵਿੱਚ ਪੈਸਾ ਹੈ ਉਦੋਂ ਤੱਕ ਸਾਡੇ ਸਾਰੇ ਸੱਜਣ ਨੇ, ਸਾਜੀ ਯਾਰ ਨੇ। ਤੇ ਜਦੋਂ ਪੈਸਾ ਚਲਾ ਜਾਂਦਾ ਹੈ ਫਿਰ ਇਸ ਤਰ੍ਹਾਂ ਦੇ ਜਿਹੜੇ ਪੈਸੇ ਕਰਕੇ ਉਹ ਸਾਰੇ ਹੀ ਛੱਡ ਜਾਂਦੇ ਨੇ। ਪੈਸੇ ਕਰਕੇ ਮਿਲਾਪ ਹੈ ਜਿਹੜਾ ਉਹ ਟੁੱਟ ਜਾਂਦਾ ਹੈ। ਦੂਜਾ ਸੰਬੰਧ ਦੂਜਾ ਰਲਣਾ, ਦੂਜਾ ਮਿਲਣਾ ਜਿਹੜਾ ਉਹ ਸਰੀਰ ਦਾ ਹੈ। ਕਈਆਂ ਦੇ ਨਾਲ ਅਸੀਂ ਸਰੀਰ ਕਰਕੇ ਜੁੜੇ ਹਾਂ, ਸਾਡਾ ਪਰਿਵਾਰ ਹੈ, ਇਹਦੇ ਨਾਲ ਸਾਡਾ ਸੰਬੰਧ ਹੈ ਜਿਹੜਾ ਉਹ ਸਰੀਰ ਦਾ ਹੈ। ਰਿਸ਼ਤੇਦਾਰਾਂ ਦੇ ਨਾਲ, ਕਈਆਂ ਦੇ ਨਾਲ ਵੀ ਸਰੀਰ ਦਾ ਹੀ ਸੰਬੰਧ ਹੁੰਦਾ ਹੈ। ਜਦੋਂ ਮਨੁੱਖ ਨੂੰ ਕਿਸੇ ਪ੍ਰਕਾਰ ਦੀ ਕੋਈ ਸਰੀਰ ਨੂੰ ਬਿਮਾਰੀ ਲੱਗ ਜੇ ਫਿਰ ਸਾਰੀ ਕੰਡ ਕਰ ਜਾਂਦੇ ਨੇ। ਆ ਵੇਖੋ ਕਰੋਨਾ ਵਾਇਰਸ ਆਇਆ ਸੀ ਨਾ, ਤੇ ਕਈ ਸਨ ਜਿਹੜੇ ਬੜੇ ਪਿਆਰੇ ਲੱਗਦੇ ਸਨ ਪਹਿਲੋਂ, ਪਰ ਉਦੋਂ ਉਹ ਨੇੜੇ ਨਹੀਂ ਸਨ ਜਾਂਦੇ ਕਿ ਕਿਤੇ ਸਾਨੂੰ ਨਾ ਹੋ ਜਾਵੇ। ਇਹ ਸਰੀਰ ਕਰਕੇ ਸੰਬੰਧ ਹੈ। ਤੀਸਰਾ ਸੰਬੰਧ ਹੈ ਜਿਹੜਾ ਉਹ ਮਨ ਕਰਕੇ ਹੈ। ਜਿਨ੍ਹਾਂ ਦਾ ਅੰਦਰੋਂ ਮਨ ਮਿਲ ਜਾਂਦਾ ਹੈ ਉਹਨਾਂ ਦਾ ਨਾ ਫਿਰ ਸੰਬੰਧ ਸਰੀਰ ਨਾਲ ਹੁੰਦਾ ਹੈ ਤੇ ਨਾ ਪੈਸੇ ਨਾਲ ਹੁੰਦਾ ਹੈ। ਇਹ ਸੱਚਾ ਪਿਆਰ ਹੈ। ਸੋ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਮਨ ਮਾਹੇ ਸਾਜਨ ਕਰੇ ਰਲੀਆਂ। ਜਿਨ੍ਹਾਂ ਦਾ ਮਨ ਕਰਕੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਹੋ ਗਿਆ, ਉਹ ਗੁਰਮੁਖ ਪਿਆਰੇ ਆਪਣੇ ਗੁਰੂ ਨਾਲ, ਆਪਣੇ ਪਰਮਾਤਮਾ ਦੇ ਨਾਲ ਆਨੰਦ ਮਾਣਦੇ ਨੇ। ਕਰਮ ਧਰਮ ਸਬਾਇਆ, ਉਹਨਾਂ ਦਾ ਫਿਰ ਸੰਸਾਰ ਦੇ ਅੰਦਰ ਵੇਖੋ ਅਸੀਂ ਧਰਮ ਦੇ ਅਨੁਸਾਰ ਕਰਮ ਕਰਦੇ ਹਾਂ। ਸਾਰੇ ਧਰਮਾਂ ਦੇ ਆਪੋ ਆਪਣੇ ਕਰਮ ਨੇ। ਸਨਾਤਨ ਧਰਮ ਹੈ, ਇਹਦੇ ਵੀ 3 ਕਰਮ ਨੇ। ਪਹਿਲਾ ਜਿਹੜਾ ਇਹਨਾਂ ਦਾ ਕਾਂਡ ਹੈ ਨਾ ਉਹਨੂੰ ਕਰਮ ਕਾਂਡ ਆਖਿਆ, ਦੂਜਾ ਉਪਾਸਨਾ ਕਾਂਡ ਤੇ ਤੀਜਾ ਗਿਆਨ ਕਾਂਡ। ਇਹ ਇੱਥੋਂ ਤੱਕ ਹੀ ਜਾਂਦੇ ਨੇ। ਮੁਸਲਮਾਨਾਂ ਦੇ 4 ਨੇ ਤੇ ਸਿੱਖ ਧਰਮ ਦੇ ਵਿੱਚ 5 ਨੇ। ਕਰਮ ਧਰਮ ਸਬਾਇਆ, ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ। ਜਿਨ੍ਹਾਂ ਤੇ ਸੱਚੇ ਸਤਿਗੁਰ ਦੀ ਕਿਰਪਾ ਹੋ ਜਾਂਦੀ ਹੈ, ਮਨ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ, ਮਨ ਦਾ ਸੰਗੀ ਬਣ ਜਾਂਦਾ ਹੈ, ਫਿਰ ਉਹਨਾਂ ਦੇ ਸਾਰੇ ਕਰਮ ਧਰਮ ਜਿਹੜੇ ਨੇ ਉਹ ਸਫਲਾ ਹੋ ਜਾਂਦੇ ਨੇ। ਉਹ ਆਪਣੇ ਕਰਮਾਂ ਧਰਮਾਂ ਦੇ ਵਿੱਚ ਸਫਲ ਹੋ ਜਾਂਦੇ ਨੇ। ਮੁਸਲਮਾਨ ਕੀ ਕਰਦੇ ਨੇ? ਪਹਿਲੇ ਨੂੰ ਆਖਦੇ ਨੇ ਸ਼ਰੀਅਤ। ਇਹ ਸ਼ਰ੍ਹਾ ਦੇ ਵਿੱਚ ਆ ਗਏ ਸੁਨਤ ਕਰਾਉਣੀ, ਸੰਥਿਆ ਕਰਾਉਣੀ, ਨਮਾਜ਼ ਪੜ੍ਹਨ ਦੀ ਸਿੱਖ ਲੈਣਾ, ਤੇ ਫਿਰ ਤਰੀਕਾ ਆ ਗਿਆ। ਕਾਹਦਾ? ਰੋਜ਼ੇ ਰੱਖਣ ਦਾ ਤਰੀਕਾ ਆ ਗਿਆ, ਨਮਾਜ਼ ਪੜ੍ਹਨ ਦਾ ਤਰੀਕਾ ਆ ਗਿਆ। ਪਹਿਲੂ ਸ਼ਰ੍ਹਾ ਦੇ ਵਿੱਚ ਆਏ, ਫਿਰ ਤਰੀਕਾ ਆ ਗਿਆ, ਫਿਰ ਉਸ ਤੋਂ ਬਾਅਦ ਨਾ ਹਕੀਕਤ ਗਿਆਨ ਆ ਗਿਆ, ਸੋਝੀ ਆ ਗਈ। ਅਸਲੀਅਤ ਕੀ ਹੈ ਇਹਦਾ ਪਤਾ ਲੱਗ ਗਿਆ, ਹਕੀਕਤ ਤੱਕ ਪਹੁੰਚ ਗਿਆ ਵੀ ਹਕੀਕਤ ਕੀ ਹੈ। ਫਿਰ ਚੌਥਾ ਹੈ ਮਾਰਫਤ, ਉਸ ਪ੍ਰਭੂ ਪਰਮਾਤਮਾ ਦੇ ਸਪੁਰਦ ਹੋ ਜਾਣਾ। ਜਦੋਂ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ ਫਿਰ ਉਹਦੇ ਸਪੁਰਦ ਹੋ ਜਾਂਦਾ ਹੈ। ਤੇ ਸਿੱਖ ਧਰਮ ਦੇ ਇਹ 5 ਨੇ। ਪਹਿਲਾ ਹੈ ਧਰਮ ਖੰਡ, ਜਿਹਦੇ ਵਿੱਚ ਗੁਰੂ ਮਹਾਰਾਜ ਜੀ ਨੇ, ਸੱਚੇ ਸਤਿਗੁਰ ਨੇ ਸਾਨੂੰ ਦੱਸਿਆ ਹੈ ਵੀ ਇਹ ਧਰਮ ਖੰਡ ਜਿਹੜਾ ਹੈ, ਧਰਤੀ ਦੇ ਉੱਤੇ ਅਸੀਂ ਰਹਿ ਰਹੇ ਹਾਂ, ਇੱਥੇ ਵੀ ਹਰ ਇੱਕ ਚੀਜ਼ ਜਿਹੜੀ ਇਹ ਮਰਿਆਦਾ ਦੇ ਵਿੱਚ ਚੱਲ ਰਹੀ ਹੈ। ਧਰਮ ਦਾ ਅਰਥ ਹੁੰਦਾ ਮਰਿਆਦਾ, ਧਰਮ ਦਾ ਅਰਥ ਹੁੰਦਾ ਧਾਰਨਾ। ਹੁਣ ਵੇਖੋ ਸੂਰਜ ਨੇ ਧਾਰਨ ਕੀਤਾ ਹੈ ਵੀ ਇਹਨੇ ਇਤਨੇ ਸਮੇਂ ਬਾਅਦ ਪ੍ਰਕਾਸ਼ ਦੇਣਾ ਹੈ। ਚੰਦ ਨੇ ਧਾਰਨ ਕੀਤਾ ਵੀ ਇਹਨੇ ਇਤਨੇ ਦਿਨ ਵਧਣਾ ਹੈ, ਇਤਨੇ ਦਿਨ ਘਟਣਾ ਹੈ। ਜਿਹੜੀਆਂ ਰੀਤੂਆਂ ਨੇ ਇਹਨਾਂ ਨੇ ਵੀ ਧਾਰਨ ਕੀਤਾ ਵੀ ਅਸੀਂ ਪਰਿਵਰਤਿਤ ਹੁੰਦੇ ਰਹਿਣਾ ਹੈ। ਸੋ ਜਿਤਨੇ ਵੀ ਨੇ ਇਹਨਾਂ ਸਾਰਿਆਂ ਨੇ ਧਾਰਨ ਕੀਤਾ ਤੇ ਗੁਰੂ ਜੀ ਰਹਿਮਤ ਕਰਦੇ ਨੇ, ਫਿਰ ਤੂੰ ਇਹਨਾਂ ਤੋਂ ਸਿੱਖ। ਧਰਤੀ ਤੇ ਰਹਿ ਰਹੇ ਤੇ ਇਹਨਾਂ ਤੋਂ ਸਿੱਖ। ਜਿਵੇਂ ਇਹਨਾਂ ਨੇ ਧਾਰਨ ਕੀਤਾ ਨਾ
ਤੇ ਆਪਣੇ ਨਿਯਮ ਤੋਂ ਨਹੀਂ ਬਦਲਦੇ, ਉਸੇ ਤਰ੍ਹਾਂ ਤੂੰ ਵੀ ਆਪਣੇ ਅੰਦਰ ਧਾਰਨ ਕਰ ਤੇ ਉਸ ਮਰਿਆਦਾ, ਉਸ ਰੂਲ ਤੋਂ ਬਦਲਣਾ ਨਾ ਕਰ। ਧਰਮਖੰਡ ਉਸ ਤੋਂ ਉਪਰੰਤ ਫਿਰ ਜਦੋਂ ਮਨੁੱਖ ਨੂੰ ਧਰਮ ਦਾ, ਧਾਰਨ ਦਾ ਪਤਾ ਲੱਗ ਜੇ, ਸੋਝੀ ਆ ਜੇ, ਤੇ ਫਿਰ ਗਿਆਨ ਖੰਡ, ਗਿਆਨ ਹੋ ਗਿਆ ਹੁਣ ਇਹਨੂੰ। ਫਿਰ ਸਰਮ ਖੰਡ, ਸਰਮ ਦਾ ਅਰਥ ਮਿਹਨਤ ਹੈ। ਫਿਰ ਕਰਮ ਖੰਡ, ਕਰਮ ਦਾ ਅਰਥ ਬਖਸ਼ਿਸ਼ ਹੈ। ਗਿਆਨ ਖੰਡ, ਸਰਮ ਖੰਡ ਤੱਕ ਪਹੁੰਚ ਗਿਆ, ਮਿਹਨਤ ਕਰੀਏ ਬੜੀ, ਫਲ ਜਿਹੜਾ ਉਸ ਵਾਹਿਗੁਰੂ ਨੇ ਦੇਣਾ। ਫਿਰ ਸੱਚਖੰਡ। ਇਹ 5 ਪੜਾਅ ਨੇ ਜਿਹੜੇ ਇਹ ਸਿੱਖ ਧਰਮ ਦੇ ਨੇ, ਤੇ 4 ਨੇ ਜਿਹੜੇ ਮੈਂ ਪਿੱਛੇ ਦੱਸ ਕੇ ਆਇਆ, ਇਹ ਮੁਸਲਮਾਨਾਂ ਦੇ ਨੇ, ਸਨਾਤਨ ਵਾਲਿਆਂ ਦੇ 3 ਨੇ। ਕਰਮ ਧਰਮ ਸਬਾਇਆ, ਇਹ ਸਾਰੇ ਜਿਹੜੇ ਕਰਮ ਧਰਮ ਦੇ ਨਾਲ ਜੁੜੇ ਹੋਏ ਨੇ, ਇਹ ਉਹਨਾਂ ਗੁਰਮੁਖ ਪਿਆਰਿਆਂ ਦੇ ਸਫਲ ਹੋ ਜਾਂਦੇ ਨੇ। ਸੰਗੇ ਮਨ ਮਾਹੀ, ਜਿਨ੍ਹਾਂ ਦੇ ਮਨ ਦੇ ਵਿੱਚ ਉਸ ਵਾਹਿਗੁਰੂ ਨੇ ਸੰਗ ਬਣਾਇਆ ਹੋਇਆ ਤੇ ਮਨ ਦੇ ਵਿੱਚ ਸੰਗੀ ਹੋ ਕੇ ਵਾਸਾ ਕੀਤਾ ਹੋਇਆ ਹੈ ਜੀ। ਮਨ ਮਾਹੇ ਸਾਜਨ ਕਰਹਿ ਰਲਿਆ, ਕਰਮ ਧਰਮ ਸਬਾਇਆ। 68 ਤੀਰਥ, 68 ਤੀਰਥ ਪੁੰਨ ਪੂਜਾ, ਨਾਮ ਸਾਚਾ ਪਾਇਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਨ੍ਹਾਂ ਨੂੰ ਸੱਚੇ ਸਤਿਗੁਰ ਦਾ ਸੱਚਾ ਨਾਮ ਭਾ ਗਿਆ, ਇੰਨਾ ਪਿਆਰਾ ਲੱਗਣ ਲੱਗ ਗਏ, ਉਹ ਫਿਰ ਇਤਨੇ ਮਹਾਨ ਹੋ ਜਾਂਦੇ ਨੇ ਕਿ 68 ਤੀਰਥਾਂ ਦਾ ਜਿਹੜਾ ਪੁੰਨ ਨੇ ਉਹਨਾਂ ਨੂੰ ਲੱਗ ਜਾਂਦਾ ਹੈ। ਮਨੁੱਖਾ ਜੀਵਨ ਦੇ ਵਿੱਚ ਪੁੰਨ ਨੂੰ ਵੱਡਾ ਮੰਨਿਆ ਗਿਆ ਹੈ। ਤੇ ਦੂਜਾ ਪੂਜਾ, ਆਪ ਤੋਂ ਵੱਡੇ ਨੂੰ ਜੋ ਸਤਿਕਾਰਨਾ ਹੈ, ਇਸ ਦਾ ਨਾਮ ਪੂਜਾ ਹੁੰਦੀ ਹੈ। ਆਪ ਤੋਂ ਵੱਡੇ ਦਾ ਜੋ ਆਦਰ ਕਰਨਾ ਹੈ, ਇਸ ਦਾ ਨਾਮ ਪੂਜਾ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵੱਡੇ ਨੇ, ਅਸੀਂ ਅੰਮ੍ਰਿਤ ਵੇਲੇ ਇਹਨਾਂ ਨੂੰ ਪ੍ਰਕਾਸ਼ ਕਰਦੇ ਹਾਂ, ਸੈਂਟ ਛਿੜਕਦੇ ਹਾਂ, ਧੂਪ ਬੱਤੀ ਲਾਉਂਦੇ ਹਾਂ, ਇਹਨਾਂ ਦੇ ਸਤਿਕਾਰ ਦੇ ਲਈ ਹਰ ਉਹ ਅਸੀਂ ਕਰਮ ਕਰਦੇ ਹਾਂ ਜਿਹਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵਧੇ, ਇਹਦਾ ਨਾਮ ਪੂਜਾ ਹੈ। ਤੇ ਪੁੰਨ ਨੇ ਜਿਹੜੇ, ਜਦੋਂ ਅਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਕੁਝ ਦਾਨ ਦਿੰਦੇ ਹਾਂ ਨਾ, ਤੀਰਥ ਸਥਾਨ ਤੇ ਜਾ ਕੇ ਦਾਨ ਦਿੰਦੇ ਹਾਂ, ਉਹਨੂੰ ਵੀ ਪੁੰਨ ਮੰਨਿਆ ਗਿਆ ਵੀ ਇਹਨੇ ਪੁੰਨ ਕੀਤਾ ਹੈ। ਅਸਲ ਵਿੱਚ ਪੁੰਨ ਜਿਹੜਾ ਨਾ, ਇਹ ਦਾਨ ਤੋਂ 10 ਗੁਣਾ ਜ਼ਿਆਦਾ ਫਲਦਾ ਹੈ। ਤੇ ਪੁੰਨ ਉਹ ਹੁੰਦਾ ਹੈ ਜਿਹੜਾ ਅਚਨਚੇਤ ਹੋ ਜਾਵੇ। ਇਸ ਨੂੰ ਦਾਸ ਨੇ ਅੱਗੇ ਵੀ ਬਹੁਤ ਵਾਰੀ ਸਮਝਾਇਆ ਹੈ। ਅਸੀਂ ਜਾ ਰਹੇ ਹਾਂ ਖੇਤ, ਆਪ ਦਾ ਦੁਪਹਿਰ ਦਾ ਜਿਹੜਾ ਪ੍ਰਸ਼ਾਦਾ ਪਾਣੀ ਹੈ ਨਾ, ਉਹ ਅਸੀਂ ਨਾਲ ਬੰਨ ਲਏ ਵੀ ਹੁਣ ਸ਼ਾਮ ਨੂੰ ਹੀ ਆਵਾਂਗੇ, ਸਵੇਰ ਦਾ ਘਰੋਂ ਛਕ ਲਿਆ, ਚੱਲ ਪਏ ਹਾਂ, ਸਾਰਾ ਦਿਨ ਖੇਤ ਕੰਮ ਕਰਨਾ ਹੈ, ਦੁਪਹਿਰੇ ਜੋ ਛਕਾ ਛਕਾਈ ਕਰਨੀ ਹੈ ਉਹ ਅਸੀਂ ਆਪਣੇ ਪੱਲੇ ਬੰਨ ਲਿਆ, ਤੇ ਸ਼ਾਮ ਦਾ ਜਿਹੜਾ ਹੈ ਉਹ ਫਿਰ ਘਰ ਆਣ ਕੇ ਛਕਣਾ ਹੈ। ਹੁਣ ਇਸ ਤਰ੍ਹਾਂ ਅਚਨਚੇਤ ਕੋਈ ਸਾਨੂੰ ਭੁੱਖਾ ਪ੍ਰਾਣੀ ਮਿਲ ਗਿਆ, ਕੋਈ ਸਾਧੂ ਸੰਤ, ਇਹ ਕੋਈ ਜ਼ਰੂਰੀ ਨਹੀਂ ਵੀ ਸਾਧੂ ਸੰਤ ਹੋ, ਕੋਈ ਗਰੀਬੜਾ ਹੋਵੇ ਜਾਂ ਕੋਈ ਰਾਹੀ ਪਾਂਦੀ ਕਿਸੇ ਤਰ੍ਹਾਂ ਦਾ ਵੀ ਹੋਵੇ, ਭੁੱਖਾ ਮਿਲ ਗਏ ਤੇ ਉਹ ਜਿਹੜਾ ਪ੍ਰਸ਼ਾਦਾ ਅਸੀਂ ਉਹਨੂੰ ਛਕਾ ਦਿੱਤਾ ਹੈ, ਇਹ ਪੁੰਨ ਲੱਗ ਗਿਆ। ਕਿਉਂਕਿ ਅਸੀਂ ਮਨ ਦੇ ਵਿੱਚ ਧਾਰ ਕੇ ਨਹੀਂ ਸੀ ਗਏ ਵੀ ਇਹ ਪ੍ਰਸ਼ਾਦਾ ਜਿਹੜਾ ਕਿਸੇ ਦੇ ਨਿਮਿਤ ਲੈ ਕੇ ਗਏ ਹਾਂ ਉਹ ਦਾਨ ਹੈ। ਜੇ ਧਾਰ ਕੇ ਲੈ ਕੇ ਜਾਈਏ ਮਨ ਦੇ ਵਿੱਚ ਤੇ ਉਹ ਦਾਨ ਹੈ, ਜੇ ਅਚਨਚੇਤ ਹੋ ਜਾਵੇ ਤੇ ਉਹ ਪੁੰਨ ਹੈ। 68 ਤੀਰਥ ਪੁੰਨ ਪੂਜਾ, 68 ਤੀਰਥਾਂ ਦਾ ਜਿਹੜਾ ਪੁੰਨ ਖੱਟਣਾ ਹੈ ਨਾ, 68 ਥਾਵਾਂ ਤੇ ਜਾ ਕੇ ਇਸ਼ਨਾਨ ਕਰਕੇ ਤੇ ਜਿਹੜੀ ਉੱਥੇ ਪੂਜਾ ਦਾ ਪੁੰਨ ਖੱਟਣਾ ਹੈ, ਇਹ ਸਾਰਾ ਜਿਹੜਾ ਨਾਮ ਸਾਚਾ ਪਾਇਆ, ਜਿਨ੍ਹਾਂ ਨੂੰ ਸੱਚੇ ਸਤਿਗੁਰ ਦਾ ਵਾਹਿਗੁਰੂ ਸੱਚਾ ਨਾਮ ਭਾ ਗਿਆ ਨਾ, ਉਹਨਾਂ ਨੂੰ ਆਪੇ ਪ੍ਰਾਪਤ ਹੋ ਜਾਂਦਾ ਹੈ। ਗੁਰੂ ਮਹਾਰਾਜ ਜੀ ਨੇ ਵਡਿਆਈ ਕੀਤੀ ਹੈ ਨਾਮ ਦੀ। ਨਾਮ ਹੈ ਨਾ ਜਿਹੜਾ, ਇਹਦੇ ਵਿੱਚ ਇਤਨੀ ਸਮਰੱਥਾ ਹੈ। ਗੁਰਮੁਖ ਪਿਆਰਿਓ, ਨਾਮ ਦਾ ਅਭਿਆਸ ਕਰਿਆ ਕਰੋ। ਭਗਤ ਕਬੀਰ ਜੀ ਤਾਂ ਕਹਿੰਦੇ ਨੇ ਏਕ ਕਰੀ ਹੂੰ ਆਧੀ ਕੜੀ। ਭਗਤ ਜੀ ਕਹਿੰਦੇ ਨੇ ਇੱਕ ਘੜੀ ਦੇ ਨਾਲੋਂ ਅੱਧੀ ਘੜੀ। ਹੁਣ ਇੱਕ ਘੜੀ 24 ਮਿੰਟ ਦੀ ਹੈ ਤੇ ਅੱਧੀ ਹੈ ਜਿਹੜੀ ਉਹ 12 ਮਿੰਟ ਦੀ ਹੋ ਗਈ। ਆਧੀ ਹੂੰ ਫਿਰ ਕਹਿੰਦੇ ਨੇ ਅੱਧੀ ਤੋਂ ਵੀ ਅੱਧੀ, ਹੁਣ 12 ਤੋਂ 6 ਮਿੰਟ ਹੋ ਗਏ ਨੇ। ਸੋ ਜਿਤਨਾ ਸਮਾਂ ਵੀ ਸਾਡੇ ਤੋਂ ਬੈਠਾ ਜਾਂਦਾ, ਭਾਵੇਂ 6 ਮਿੰਟ 5 ਮਿੰਟ ਹੀ ਬੈਠਾ ਜਾਂਦਾ ਹੈ, ਅਭਿਆਸ ਦੇ ਲਈ ਜ਼ਰੂਰ ਯਤਨ ਕਰਨਾ ਚਾਹੀਦਾ ਹੈ। ਕਈ ਵਾਰੀ ਗੁਰੂ ਦੀ ਬੜੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਹੋ ਜਾਂਦੀ ਹੈ। ਜੀਵਨ ਦੇ ਵਿੱਚ ਵੇਖੇ ਕਈ ਬੜੇ ਨਿਤਨੇਮੀ ਹੁੰਦੇ ਨੇ ਤੇ ਕਈ ਵਾਰੀ
ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਪਿਆਰੇ ਨਿਤਨੇਮੀ ਨੇ ਅਚਨਚੇਤ ਕਿਤੇ ਚੌਂਕੜਾ ਮਾਰ ਕੇ ਬੈਠ ਜਾਂਦੇ ਨੇ ਤੇ ਸੁਰ ਤੇ ਜਿਹੜੀ ਉਹ ਅੰਦਰ ਉਤਰਨ ਲੱਗ ਜਾਂਦੀ ਹੈ, ਉਸੇ ਵਕਤ ਹੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੋ ਧੰਨ ਗੁਰੂ ਜੀ ਨੇ ਇੱਥੇ ਰਹਿਮਤ ਕੀਤੀ ਹੈ ਭਾਈ, ਜਦੋਂ ਸਾਡੇ ਮਨ ਦੇ ਵਿੱਚ ਵਾਹਿਗੁਰੂ ਵਸਿਆ ਤੇ ਫਿਰ ਸਾਡੇ ਸਾਰੇ ਪ੍ਰਕਾਰ ਦੇ ਕਰਮ ਧਰਮ ਕੀਤੇ ਨੇ ਉਹ ਵੀ ਸਫਲ ਨੇ। ਜਦੋਂ ਸਾਡੇ ਅੰਦਰ ਨਾਮ ਸੱਚਾ ਵਸਿਆ, ਸਾਨੂੰ ਭਾਗੇ ਜਪਣਾ ਚੰਗਾ ਲੱਗਦਾ ਤੇ ਫਿਰ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਉਹਨਾਂ ਦਾ ਜਿਹੜਾ ਪੁੰਨ ਹੈ, ਪੂਜਾ ਦਾ ਫਲ ਹੈ, ਉਹ ਸਾਰਾ ਕੁਝ ਸਾਨੂੰ ਨਾਮ ਦੀ ਸਿਮਰਨ ਦੇ ਨਾਲ, ਨਾਮ ਦੇ ਅਭਿਆਸ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ ਜੀ। ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ। ਆਪ ਸਾਜੇ, ਸਾਡੀ ਸਾਜਨਾ ਉਹਨੇ ਵਾਹਿਗੁਰੂ ਨੇ ਕੀਤੀ ਹੈ। ਥਾਪ, ਸਾਨੂੰ ਥਾਪਿਆ ਉਹਨੇ ਹੈ। ਵੇਖੇ, ਸਾਨੂੰ ਵੇਖਦਾ ਵੀ ਉਹੀ ਹੈ। ਮਾਸਟਰ ਹੈ, ਬੱਚੇ ਦਾ ਨਾਮ ਵੀ ਆਪ ਲਿਖਦਾ ਹੈ, ਉਹਨੂੰ ਪੜ੍ਹਾਉਂਦਾ ਵੀ ਆਪ ਹੈ, ਉਹਦਾ ਟੈਸਟ ਵੀ ਆਪ ਲੈਂਦਾ ਤੇ ਚੈੱਕ ਵੀ ਆਪ ਕਰਦਾ, ਨੰਬਰ ਵੀ ਆਪ ਦਿੰਦਾ ਹੈ। ਦੂਜਾ ਕੋਈ ਨਹੀਂ, ਬੱਚਾ ਹੈ ਤੇ ਮਾਸਟਰ ਹੈ। ਪੜ੍ਹਾਇਆ ਕਿਹਦਾ ਹੈ? ਮਾਸਟਰ ਦਾ ਪੜ੍ਹਾਇਆ ਹੈ। ਪੇਪਰ ਕਿਹਨੇ ਪਾਇਆ ਹੈ? ਮਾਸਟਰ ਨੇ ਪਾਇਆ ਹੈ। ਚੈੱਕ ਕਿਹਨੇ ਕੀਤਾ ਹੈ? ਮਾਸਟਰ ਨੇ ਕੀਤਾ ਹੈ। ਨੰਬਰ ਕਿਹਨੇ ਦਿੱਤੇ ਨੇ? ਮਾਸਟਰ ਨੇ ਦਿੱਤੇ ਨੇ। ਉਹ ਸਾਡਾ ਮਾਸਟਰ ਹੈ ਅਕਾਲ ਪੁਰਖ ਵਾਹਿਗੁਰੂ। ਫਿਰ ਬੱਚਿਆਂ ਦੇ ਨੰਬਰ ਵੱਧ ਘੱਟ ਕੇ ਆਉਂਦੇ ਨੇ, ਜਿੰਨੀ ਕਿਸੇ ਨੇ ਮਿਹਨਤ ਕਰ ਲਈਏ ਉਸ ਤਰ੍ਹਾਂ ਦਾ ਉਹਨੂੰ ਫਲ ਪ੍ਰਾਪਤ ਹੋ ਗਏ। ਧੰਨ ਗੁਰੂ ਜੀ ਇਸ ਤੁਕ ਦੇ ਅੰਦਰ ਇਹੀ ਦੱਸਦੇ ਨੇ, ਆਪ ਸਾਜੇ। ਸਾਡਾ ਨਾਂ ਲਿਖਣ ਵਾਲਾ ਗੁਰਸਿੱਖੀ ਦੇ ਵਿੱਚ ਆਪ ਹੈ। ਸਾਨੂੰ ਖਾਲਸਾ ਸਾਜਣ ਵਾਲਾ ਆਪ ਹੈ, ਗੁਰਸਿੱਖ ਸਾਜਣ ਵਾਲਾ ਆਪ ਹੈ। ਮਨੁੱਖਾ ਜੀਵਨ ਸਾਡਾ ਸਾਜਣ ਵਾਲਾ ਆਪ ਹੈ। ਥਾਪ, ਸਾਨੂੰ ਥਾਪਣ ਵਾਲਾ ਵੀ ਉਹੀ ਹੈ, ਭਾਵ ਇਸ ਪਾਸੇ ਲਾਉਣ ਵਾਲਾ ਵੀ ਉਹੀ ਹੈ। ਵੇਖ ਹੈ, ਆਪ ਹੀ ਫਿਰ ਵੇਖਦਾ। ਤਿਸੇ ਭਾਣਾ ਪਾਇਆ। ਹੁਣ ਮਾਸਟਰ ਨੂੰ ਜਿਵੇਂ ਚੰਗਾ ਲੱਗਦਾ ਉਵੇਂ ਗਲਤੀਆਂ ਕੱਢੀ ਜਾਂਦਾ, ਜਿਵੇਂ ਚੰਗਾ ਲੱਗਦਾ ਉਵੇਂ ਨੰਬਰ ਦੇਈ ਜਾਂਦਾ। ਇਹ ਉਹਦਾ ਭਾਣਾ ਹੈ। ਤਿਸੇ ਭਾਣਾ ਪਾਇਆ, ਇਹ ਉਹਦਾ ਭਾਣਾ ਹੈ। ਜਿਨ੍ਹਾਂ ਨੂੰ ਭਾਗੇ ਉਹ ਭਾਈ ਪਾਸ ਹੋ ਜਾਂਦੇ ਹਨ ਜੀ। ਸਾਜਨ ਰੰਗ ਰੰਗੀਲੜੇ ਰੰਗ ਲਾਲ ਬਣਾਇਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਡਾ ਸੱਜਣ ਅਕਾਲ ਪੁਰਖ ਵਾਹਿਗੁਰੂ ਹੈ ਤੇ ਰੰਗ ਰੰਗੀਲੜੇ। ਹੀ ਮੇਰੇ ਸੱਚੇ ਸਤਿਗੁਰ ਰੰਗਣ ਵਾਲਿਆ, ਸਾਨੂੰ ਵੀ ਰੰਗ ਦੇ। ਰੰਗ ਦਾ ਅਰਥ ਹੈ ਰੰਗਣਾ ਕਰ। ਰੰਗ ਇਹ ਬ੍ਰਿਜ ਭਾਸ਼ਾ ਦਾ ਸ਼ਬਦ ਹੈ। ਆਪਾਂ ਪੰਜਾਬੀ 'ਚ ਕਹਿੰਦੇ ਹਾਂ ਰੰਗ ਦੇ, ਉਹ ਕਹਿੰਦੇ ਨੇ ਰਾਂਗ ਦੇ। ਇਹਨਾਂ ਫਰਕ ਥੋੜ੍ਹਾ ਹੀ ਹੁੰਦਾ ਹੈ, ਜ਼ਿਆਦਾ ਫਰਕ ਨਹੀਂ ਹੁੰਦਾ। ਬਸ ਥੋੜ੍ਹੀਆਂ ਜਿਹੀਆਂ ਲਗਾ ਮਾਤਰਾ ਬਦਲਣ ਦੇ ਨਾਲ ਬੋਲੀ ਜਿਹੜੀ ਹੈ ਨਾ ਉਹ ਬਦਲ ਜਾਂਦੀ ਹੈ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਸਾਜਨ ਰਾਂਗ। ਇਹ ਮੇਰੇ ਵਾਹਿਗੁਰੂ ਰੰਗ ਸਾਨੂੰ ਵੀ, ਕਿਰਪਾ ਕਰ ਸਾਡੇ ਤੇ ਵੀ, ਅਸੀਂ ਵੀ ਅੰਦਰੋਂ ਰੰਗੇ ਜਾਈਏ। ਰੰਗੀਲੜੇ, ਹੇ ਰੰਗਣ ਵਾਲਿਆ, ਤੂੰ ਰਹਿਮਤ ਕਰਕੇ ਰੰਗ ਲਾਣਾ ਕਰ। ਰੰਗ ਲਾਲ ਬਣਾਇਆ। ਕਿਹੜਾ ਰੰਗ ਨੇ? ਰੰਗ ਲਾਲ ਬਣਾਇਆ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਟ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਉਸ ਪ੍ਰਭੂ ਪਰਮਾਤਮਾ ਦਾ ਪ੍ਰੇਮ ਵਾਲਾ ਰੰਗ ਹੈ। ਰੰਗ ਲਾਲ ਬਣਾਇਆ। ਤੂੰ ਸਾਨੂੰ ਆਪਣੇ ਪ੍ਰੇਮ ਵਾਲੇ ਰੰਗ ਦੇ ਵਿੱਚ ਰੰਗਣਾ ਕਰ। ਇਹ ਰੰਗ ਸਾਡੇ ਤੇ ਬਣਾਉਣਾ ਕਰ। ਅੰਧਾ ਆਗੂ ਜੇ ਥੀਐ ਕਿਉ ਪਾਦ ਨ ਜਾਣੈ। ਹੁਣ 6ਵੀਂ ਪੌੜੀ ਦੇ ਅੰਦਰ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਤਕਰੀਬਨ ਹੀ 9 ਪੌੜੀਆਂ ਨੇ ਤੇ 9 ਪੌੜੀਆਂ ਦੇ ਵਿੱਚ ਨਾ ਧੰਨ ਗੁਰੂ ਜੀ ਦਾ ਉਪਦੇਸ਼ ਸੀ ਜਿਹੜਾ ਉਹ ਵਖਰੇਵੇਂ ਦੇ ਨਾਲ ਹੈ। ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ, ਇੱਕ ਨੁਕਤੇ ਦੇ ਨਾਲ ਇੱਕ ਮਨੁੱਖ ਅੰਨਾ ਹੋਵੇ, ਉਹਨੂੰ ਦਿਸਦਾ ਨਾ ਹੋਵੇ ਤੇ ਰਸਤਾ ਜਿਹੜਾ ਉਹ ਅਸੀਂ ਵੀ ਨਹੀਂ ਜਾਣਦੇ। ਰਸਤੇ ਦਾ ਸਾਨੂੰ ਵੀ ਨਹੀਂ ਪਤਾ। ਅਸੀਂ ਉਹਨੂੰ ਅੰਨੇ ਨੂੰ ਨਾ ਅੱਗੇ ਲਾ ਦਈਏ ਵੀ ਤੂੰ ਅੱਗੇ ਅੱਗੇ ਤੁਰਿਆ ਜਾ ਤੇ ਅਸੀਂ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਕੋਈ ਅੰਨਾ ਮਨੁੱਖ ਹੋਵੇ ਤੇ ਉਹ ਅੰਨੇ ਮਨੁੱਖ ਨੂੰ ਅਸੀਂ ਅੱਗੇ ਲਾ ਦਈਏ ਵੀ ਤੂੰ ਅੱਗੇ ਅੱਗੇ ਤੁਰਿਆ ਜਾ, ਅਸੀਂ ਤੇਰੇ ਮਗਰ ਮਗਰ ਤੁਰੇ ਜਾਵਾਂਗੇ। ਹੁਣ ਜਿਹੜਾ ਆਪ ਅੰਨਾ ਹੈ ਤੇ ਉਹਨੂੰ ਰਸਤਾ ਕੀ ਦਿਸਣਾ ਹੈ। ਇਸੇ ਤਰ੍ਹਾਂ ਅੰਧਾ ਆਗੂ ਜੇ ਥੀਏ, ਜੇ ਅੰਨਾ ਆਗੂ ਹੋ ਜਾਵੇ ਨਾ
ਕਿਉਂ ਪਾਦਰ ਜਾਣੇ, ਪਾਦਰ ਕਹਿੰਦੇ ਨੇ ਰਸਤੇ ਨੂੰ, ਤੇ ਦੱਸੋ ਉਹ ਰਸਤਾ ਕਿਵੇਂ ਜਾਣਨਾ ਕਰੇਗਾ। ਇਹਨੂੰ ਅਗਲੀ ਤੁਕ ਦੇ ਵਿੱਚ ਨਾ ਹੁਣ ਗੁਰੂ ਜੀ ਖੁਲਾਸਾ ਕਰਕੇ ਦੱਸਣਗੇ ਜੀ। ਆਪ ਮੁਸੈ ਮਤ ਹੋਛੀਐ, ਕਿਉ ਰਾਹ ਪਛਾਣੈ। ਹੁਣ ਗੁਰੂ ਜੀ ਦੱਸਦੇ ਨੇ ਆਪ ਮੁਸੈ। ਮੁਸੈ ਦਾ ਅਰਥ ਹੁੰਦਾ ਠੱਗ ਲੈਣਾ, ਤੇ ਅਸਲ ਜਿਹੜਾ ਇਹ ਸਾਡੀ ਠਾਠ ਬੋਲੀ ਦਾ ਸ਼ਬਦ ਹੈ। ਬੋਲੀਆਂ 3-4 ਪ੍ਰਕਾਰ ਦੀਆਂ ਨੇ। ਇੱਕ ਟਕਸਾਲੀ ਬੋਲੀ ਹੁੰਦੀ ਏ, ਇੱਕ ਸਾਡੀ ਠਾਠ ਪੰਜਾਬੀ, ਠੇਠ ਪੰਜਾਬੀ, ਠਾਠ ਨਹੀਂ ਠੇਠ ਪੰਜਾਬੀ ਬੋਲੀ ਹੁੰਦੀ ਹੈ। ਜਿਹੜੀ ਠੇਠ ਪੰਜਾਬੀ ਬੋਲੀ ਹੈ ਨਾ, ਉਹ ਏਰੀਏ ਦੇ ਨਾਲ ਥੋੜ੍ਹੀ ਥੋੜ੍ਹੀ ਬਦਲਦੀ ਰਹਿੰਦੀ ਹੈ। ਕਈਆਂ ਥਾਵਾਂ 'ਤੇ ਨਾ ਜਦੋਂ ਪਸ਼ੂ ਉੱਤੋਂ ਕਿਸੇ ਰੁੱਖ ਨੂੰ ਜਾਂ ਕਿਸੇ ਫਸਲ ਦੇ ਬੂਟੇ ਨੂੰ ਖਾ ਜਾਵੇ ਨਾ ਪਸ਼ੂ, ਤੇ ਫਿਰ ਅਸੀਂ ਕਹਿੰਦੇ ਉੱਤੋਂ ਮੁੱਛ ਲਿਆ ਹੈ, ਉੱਤੋਂ ਮੁੱਛਿਆ ਗਿਆ ਹੈ, ਉੱਤੋਂ ਖਾ ਗਿਆ ਹੈ। ਹੁਣ ਗੁਰੂ ਜੀ ਰਹਿਮਤ ਕਰਦੇ ਨੇ ਆਪ ਮੁੱਸ ਹੈ, ਜਿਹਨੂੰ ਉੱਤੋਂ ਖਾ ਰੱਖਿਆ ਹੈ। ਆਪ ਮੁੱਸ ਹੈ ਜਿਹਨੂੰ ਆਪ ਬਕਾਰਾਂ ਨੇ ਮੁੱਸਿਆ ਹੋਇਆ ਹੈ। ਮਤ ਹੋਛੀ ਹੈ, ਉਹਦੀ ਮਾਤੇ ਜਿਹੜੀ ਇਹ ਹੋਛੀ ਹੋ ਗਈ ਹੈ। ਇਹਨੂੰ ਥੋੜਾ ਜਿਹਾ ਨਾ ਇੱਕ ਵਾਰੀ ਫਿਰ ਆਪਾਂ ਸਮਝਾਂਗੇ। ਸਾਡੇ ਅੰਦਰ ਨਾ ਅੰਤਸਕਰਨ ਹੈ, ਤੇ ਉਹਦੇ 4 ਹੰਦਸੇ ਨੇ, ਮਨ, ਚਿੱਤ, ਬੁੱਧ ਤੇ ਅਹੰ। ਮਨ, ਚਿੱਤ, ਬੁੱਧ ਤੇ ਅਹੰ। ਮਨ ਜਿਹੜਾ ਇਹ ਅੱਗੇ ਦੀਆਂ ਸੋਚਦਾ ਹੈ, ਅੱਗੇ ਦੀਆਂ ਵਿਚਾਰਾਂ ਕਰਦਾ, ਭਵਿੱਖ ਦੀਆਂ। ਜਿਵੇਂ ਸ਼ਾਮ ਨੂੰ ਗੁਰਮੁਖ ਪਿਆਰੇ ਸੌਂਦੇ ਨੇ, ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਉਂਦੀ ਹੈ, ਸੱਚੇ ਸਤਿਗੁਰ ਕਿਰਪਾ ਕਰੀ, ਅੰਮ੍ਰਿਤ ਵੇਲੇ ਦੀ ਦਾਤ ਦੇ, ਅੰਮ੍ਰਿਤ ਵੇਲੇ ਉੱਠਾਂਗੇ, ਨਿਤਨੇਮ ਕਰਾਂਗੇ, ਹੋਰ ਕਾਰੋਬਾਰ ਕਰਦੇ ਨੇ, ਉਹਨਾਂ ਸਾਰਿਆਂ ਦੀ ਵਿਚਾਰ। ਇਹ ਮਨ ਦਾ ਕੰਮ ਹੈ। ਤੇ ਜਿਹੜਾ ਚਿੱਤ ਹੈ ਇਹ ਪਿਛਲੀਆਂ ਸਾਰੀਆਂ ਗੱਲਾਂ ਨੂੰ ਚੇਤੇ ਰੱਖਦਾ। ਸਾਡੇ ਬਚਪਨ ਤੋਂ ਲੈ ਕੇ ਹੁਣ ਤੱਕ ਕਈ ਗੱਲਾਂ ਨੇ ਜਿਹੜੀਆਂ ਚਿੱਤ ਦੇ ਵਿੱਚ ਨਾ ਸੇਵ ਹੋਈਆਂ ਨੇ, ਸਾਨੂੰ ਚੇਤੇ ਹੁੰਦੀਆਂ ਰਹਿੰਦੀਆਂ ਨੇ। ਅਹੰ ਇਹ ਕੁਝ ਹੋਣ ਦੀ ਭਾਵਨਾ ਸਾਡੇ ਅੰਦਰ ਬਣੀ ਰਹਿੰਦੀ ਹੈ, ਜਿਹਨੂੰ ਆਪਾ ਭਾਵ ਵੀ ਗੁਰਬਾਣੀ ਦੇ ਅੰਦਰ ਆਖਿਆ ਵੀ ਮੈਂ ਵੀ ਕੁਝ ਹੈਗਾ। ਤੇ ਚੌਥਾ ਜਿਹੜਾ ਨਾ ਉਹ ਬੁੱਧੀ ਹੈ, ਇਹ ਸਟੋਰ ਹੈ। ਬੁੱਧੀ ਜਿਹੜੀ ਹੈ ਇਹ ਜੱਜ ਦਾ ਕੰਮ ਵੀ ਕਰਦੀ ਹੈ। ਮਨ ਨੇ ਜਿਹੜੀਆਂ ਵਿਚਾਰਾਂ ਕੀਤੀਆਂ ਨੇ, ਫੈਸਲਾ ਉਸ 'ਤੇ ਬੁੱਧੀ ਨੇ ਲੈਣਾ ਹੈ। ਜੇ ਬੁੱਧੀ ਮਲੀਨ ਹੈ ਤੇ ਫਿਰ ਬੁੱਧੀ ਤੋਂ ਠੀਕ ਫੈਸਲਾ ਨਹੀਂ ਹੋਏਗਾ। ਮਨ ਜਿਹੜਾ ਇਹਦੇ ਅੰਦਰ ਬੁਰਿਆਈ ਆ ਗਈ ਹੈ, ਮਨ ਦੇ ਅੰਦਰ ਜਦੋਂ ਬੁਰਿਆਈ ਆ ਗਈ ਹੈ ਤੇ ਬੁੱਧੀ ਹੈ ਜਿਹੜੀ ਇਹਨੇ ਮਨ ਨੂੰ ਆਖਿਆ ਵੀ ਆਹ ਕੰਮ ਤੇਰੇ ਕਰਨ ਵਾਲਾ ਨਹੀਂ ਜਿਹੜਾ ਤੂੰ ਸੋਚ ਰਿਹਾ ਹੈ। ਮਨ ਟਿਕ ਜਾਵੇਗਾ, ਮਨ ਸ਼ਰਮਿੰਦਾ ਹੋ ਜਾਵੇਗਾ, ਮਨ ਨੂੰ ਸੋਝੀ ਆ ਜਾਵੇਗੀ। ਮਨ ਦੇ ਅੰਦਰ ਬੁਰਿਆਈ ਆ ਗਈ ਹੈ ਤੇ ਬੁੱਧੀ ਨੇ ਆਖਿਆ ਤੂੰ ਪਾਇਆ ਤੇ ਹੈਗਾ ਚੋਲਾ, ਲੋਕੀ ਤੈਨੂੰ ਬਾਬਾ ਜੀ ਆਖਦੇ ਨੇ, ਤੇ ਇਹ ਕੰਮ ਕੋਈ ਤੇਰੇ ਕਰਨ ਵਾਲਾ ਹੈ। ਫਿਰ ਬੁੱਧੀ ਨੂੰ ਸ਼ਰਮ ਆ ਜਾਏਗੀ ਵੀ ਨਹੀਂ ਵਾਹਿਗੁਰੂ ਜੀ, ਮਨ ਨੂੰ ਸ਼ਰਮ ਆ ਜਾਏਗੀ ਵੀ ਨਹੀਂ ਮੇਰੇ ਨਹੀਂ ਕਰਨ ਵਾਲਾ। ਇਹ ਬੁੱਧੀ ਦਾ ਕੰਮ ਹੈ। ਬੁੱਧੀ ਹੈ ਜਿਹੜੀ ਇਹ ਸਟੋਰ ਵੀ ਹੈ। ਜੇ ਬੁੱਧੀ ਦੇ ਵਿੱਚ ਚੰਗਾ ਗਿਆਨ ਹੈ, ਸ੍ਰੇਸ਼ਟ ਗਿਆਨ ਹੈ ਨਾ, ਤੇ ਫਿਰ ਬੁੱਧੀ ਹੈ ਜਿਹੜੀ ਇਹ ਮਨ ਨੂੰ ਚੰਗੇ ਪਾਸੇ ਲਾਵੇਗੀ, ਮਾੜੇ ਪਾਸੇ ਨਹੀਂ ਲਾਵੇਗੀ। ਬੁੱਧੀ ਦੇ ਵਿੱਚ ਜੇ ਬੁਰਾਈਆਂ ਪਹਿਲੂ ਭਰੀਆਂ ਹੋਈਆਂ ਨੇ ਤੇ ਫਿਰ ਮਨ ਨੂੰ ਤੈਨੇ ਉੱਧਰ ਹੀ ਲਾਣਾ ਨਾ। ਇਸ ਤਰ੍ਹਾਂ ਸਮਝ ਲਓ ਜਿਵੇਂ ਇੱਕ ਸਿਆਣੇ ਮਨੁੱਖ ਦੇ ਕੋਲ ਨਾ ਕੋਈ ਬੱਚਾ ਰਹਿੰਦਾ ਹੈ, ਵੱਡੀ ਉਮਰ ਦਾ ਹੈ, ਸਿਆਣਿਆਂ ਦੇ ਵਿੱਚ ਉਸ ਦੀ ਗਿਣਤੀ ਹੈ, ਤੇ ਉਸ ਦੇ ਕੋਲ ਕੋਈ ਬੱਚਾ ਰਹਿੰਦਾ ਹੈ। ਉਹ ਹੁਣ ਜਿਹਨੂੰ ਅਸੀਂ ਸਿਆਣਾ ਆਖ ਰਹੇ ਹਾਂ, ਵੱਡੀ ਉਮਰ ਦਾ ਆਖ ਰਹੇ ਹਾਂ, ਉਹ ਆਪ ਹੀ ਇਲਤੀ ਹੈ, ਸ਼ਰਾਰਤੀ ਹੈ, ਵਿਕਾਰੀ ਹੈ, ਬੁਰਾ ਹੈ, ਤੇ ਬੱਚੇ ਨੂੰ ਥੋੜ੍ਹੀ ਉਹ ਮੱਤ ਦੇਵੇਗਾ। ਬੱਚੇ ਨੇ ਤਾਂ ਉਹਨੂੰ ਵੇਖ ਕੇ ਉਹਦੇ ਵਰਗਾ ਹੀ ਹੋ ਜਾਣਾ ਨਾ। ਜੇ ਉਹ ਸਿਆਣਾ ਹੈ, ਸਮਝਦਾਰ ਹੈ, ਵੱਡੀ ਉਮਰ ਦਾ, ਤੇ ਬੱਚੇ ਨੂੰ ਘੂਰ ਦੇਵੇਗਾ ਨਾ ਭਾਈ ਤੂੰ ਮੇਰੇ ਕੋਲ ਰਹਿਣਾ, ਤੇਰੇ ਨਾਲ ਮੇਰੀ ਵੀ ਬਦਨਾਮੀ ਹੋਏਗੀ, ਤੂੰ ਇਹ ਕੰਮ ਨਹੀਂ ਕਰਨਾ। ਬਸ ਇਹ ਬੁੱਧੀ ਦਾ ਕੰਮ ਹੈ। ਜਦੋਂ ਮਨ ਨੇ ਬੁਰਾ ਸੋਚਿਆ, ਬੁੱਧੀ ਨੇ ਇਹਨੂੰ ਘੂਰ ਦੇਣਾ ਹੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇੱਥੇ ਜ਼ਿਕਰ ਆਇਆ ਹੈ ਮਤ ਹੋਛੀ ਹੈ। ਹੁਣ ਹੋਛੀ ਮਤ ਕੀ ਹੈ? ਬੁੱਧੀ ਹੈ ਜਿਹੜੀ ਇਹ ਸਟੋਰ ਹੈ, ਤੇ ਬੁੱਧੀ ਦੇ ਵਿੱਚ ਸਟੋਰ ਉਹੀ ਹੁੰਦਾ ਹੈ ਜੋ ਮਤ ਲੈ ਕੇ ਆਉਂਦੀ ਹੈ। ਮਤ ਦਾ ਕਰਮ ਹੈ ਲੈ ਕੇ ਆਉਣਾ। ਮਤ ਕਿੱਥੋਂ ਲੈ ਕੇ ਆਉਂਦੀ ਹੈ? ਜਿੱਥੇ ਅਸੀਂ 4 ਭਰਾਵਾਂ 'ਚ ਬਹਿੰਦੇ ਹਾਂ, ਉੱਥੋਂ ਜੋ ਸੁਣ ਲਿਆ ਉਹ ਮਤ ਸਾਡੇ ਪੱਲੇ ਪੈ ਗਈ, ਅਸੀਂ ਬੁੱਧੀ 'ਚ ਜਮ੍ਹਾਂ ਕਰ ਲਿਆ ਵੀ ਇਹ ਚੰਗੀ ਗੱਲ ਹੈ।
ਅਸੀਂ 4 ਭਰਾਵਾਂ 'ਚ ਬਹਿੰਦੇ ਹਾਂ, ਹੈਗੇ ਭਰਾ ਨੇ, ਪਰ ਉੱਥੋਂ ਸਾਨੂੰ ਮਾੜੀ ਮੱਤ ਮਿਲ ਗਈ, ਉਹ ਬੁੱਧੀ 'ਚ ਜਮ੍ਹਾਂ ਹੋ ਗਈ, ਹੁਣ ਬੁੱਧੀ ਮੈਲੀ ਹੋ ਗਈ, ਮਾੜੀ ਹੋ ਗਈ ਹੈ। ਇਹ ਮੱਤ ਦਾ ਕੰਮ ਹੈ। ਹੁਣ ਗੁਰੂ ਜੀ ਇੱਥੇ ਰਹਿਮਤ ਕਰਦੇ ਨੇ, ਆਪ ਮੁਸੈ, ਜਿਹੜਾ ਆਪ ਹੀ ਉੱਤੋਂ ਛਿੱਲਿਆ ਪਿਆ ਵਿਕਾਰਾਂ ਦੇ ਨਾਲ, ਬੁਰਾਈਆਂ ਦੇ ਨਾਲ, ਮੱਤ ਹੋਛੀ ਹੈ। ਤੇ ਉਹਦੀ ਮੱਤ ਜਿਹੜੀ ਫਿਰ ਹੋਛੀ ਹੋਵੇਗੀ, ਉਹਦੀ ਮੱਤ ਜਿਹੜੀ ਹੋਛੀ ਹੋਵੇਗੀ। ਇਹ ਹੋਛਾਪਣ ਹੈ ਨਾ ਜਿਹੜਾ ਕਈਆਂ ਦੇ ਅੰਦਰ ਹੁੰਦਾ ਹੈ। ਹੋਛਾ ਮਨੁੱਖ ਹੈ ਜਿਹੜਾ ਇਹ ਸਿਆਣਿਆਂ ਦੇ ਵਿੱਚ ਨਹੀਂ ਆਉਂਦਾ। ਹੋਛਾ ਮਨੁੱਖ ਹੈ ਜਿਹੜਾ ਇਹਨੂੰ ਸਿਆਣਿਆਂ ਦੇ ਵਿੱਚ ਨਹੀਂ ਗਿਣਿਆ ਜਾਂਦਾ, ਭਾਵੇਂ ਕਿੱਡੀ ਵੱਡੀ ਉਮਰ ਦਾ ਹੋ ਜਾਵੇ। ਆਪ ਮੁਸੈ ਮਤ ਹੋਛੀਏ, ਜਿਹੜਾ ਆਪ ਵਿਕਾਰਾਂ ਬੁਰਾਈਆਂ ਦੇ ਵਿੱਚ ਠੱਗਿਆ ਪਿਆ ਤੇ ਉਹਦੀ ਮਾਤੇ ਫਿਰ ਜਿਹੜੀ ਉਹ ਹੋਛੀ ਹੋਵੇਗੀ। ਕਿਉਂ ਰਾਹੋ ਪਛਾਣੇ, ਉਹ ਦੱਸੋ ਰਾਹ ਨੂੰ ਕਿਵੇਂ ਪਛਾਣੇਗਾ। ਹੁਣ ਦੋਵਾਂ ਤੁਕਾਂ ਦਾ ਸੁਮੇਲ ਕਰਕੇ ਆਪਾਂ ਸਮਝਣਾ। ਗੁਰੂ ਜੀ ਨੇ ਨੁਕਤਾ ਦਿੱਤਾ ਸੀ ਵੀ ਅੰਨਾ ਹੋਵੇ ਤੇ ਉਹਨੂੰ ਅੱਗੇ ਲਾ ਲਓ, ਤੇ ਆਪ ਉਹਦੇ ਤੁਰੇ ਜਾਓ ਮਗਰ ਮਗਰ, ਤੇ ਅੰਨੇ ਨੂੰ ਤਾਂ ਰਾਹ ਦਾ ਪਤਾ ਹੀ ਨਹੀਂ ਲੱਗਣਾ। ਉਹ ਤਾਂ ਭਾਈ ਫਿਰ ਜਿੱਧਰ ਨੂੰ ਮੂੰਹ ਹੋ ਗਿਆ ਉੱਧਰ ਨੂੰ ਤੁਰੇ ਜਾਣਾ ਉਹਨੇ। ਉਸੇ ਤਰ੍ਹਾਂ ਇਹ ਜਿਹੜਾ ਮਾਰਗ ਹੈ ਇਹਨੂੰ ਗੁਰੂ ਮਾਰਗ ਵੀ ਆਖਿਆ ਜਾਂਦਾ ਹੈ, ਧਰਮ ਦਾ ਮਾਰਗ ਵੀ ਆਖਿਆ, ਹਰ ਕਾ ਮਾਰਗ ਵੀ ਆਖਿਆ, ਸੰਤ ਕਾ ਮਾਰਗ ਵੀ ਆਖਿਆ। ਇਸ ਮਾਰਗ ਤੇ ਜਿਹੜਾ ਅਸੀਂ ਅੱਗੇ ਲਾ ਲਿਆ ਤੇ ਉਹ ਅੰਨਾ ਹੈ, ਉਹਨੂੰ ਵਿਚਾਰੇ ਨੂੰ ਆਪ ਨੂੰ ਗਿਆਨ ਨਹੀਂ ਹੈਗਾ। ਗਿਆਨ ਦੀਆਂ ਅੱਖਾਂ ਉਹਦੀਆਂ ਬੰਦ ਨੇ, ਤੇ ਦੱਸੋ ਉਹ ਗੁਰੂ ਮਾਰਗ ਨੂੰ ਕਿਵੇਂ ਤੁਰੇਗਾ। ਇਹ ਗੱਲ ਗੁਰੂ ਜੀ ਇੱਥੇ ਦੱਸਣਾ ਚਾਹੁੰਦੇ ਨੇ। ਅੰਧਾ ਆਗੂ ਜੇ ਥੀਏ, ਇਸ ਤਰ੍ਹਾਂ ਦਾ ਅਸੀਂ ਆਪਣਾ ਆਗੂ ਬਣਾ ਲਈਏ, ਅੱਗੇ ਤੁਰਨ ਵਾਲਾ, ਜਿਹਦੇ ਪਾਸ ਆਪ ਵੀ ਗਿਆਨ ਦੀਆਂ ਅੱਖਾਂ ਨਹੀਂ ਹੈਗੀਆਂ। ਉਹ ਸਾਨੂੰ ਫਿਰ ਗੁਰੂ ਮਾਰਗ ਦੇ ਉੱਤੇ ਤੁਰਨ ਦੇ ਲਈ ਕਿਵੇਂ ਦੱਸੇਗਾ, ਸਾਨੂੰ ਪਾਦਰ ਦਾ ਅਰਥ ਹੈ ਰਸਤਾ, ਕਿਵੇਂ ਜਾਣੇਗਾ। ਹੁਣ ਅੰਧਾ ਕਿਹੜਾ ਹੈ, ਇਹ ਵੀ ਗੁਰੂ ਮਹਾਰਾਜ ਜੀ ਨੇ ਅਗਲੀ ਤੁਕ ਦੇ ਅੰਦਰ ਸਾਨੂੰ ਦੱਸ ਦਿੱਤਾ। ਆਪ ਮੁਸਾ, ਜਿਹੜਾ ਆਪ ਉੱਤੋਂ ਖਾਧਾ ਪਿਆ ਹੈ ਵਿਕਾਰਾਂ ਦੇ ਨਾਲ, ਬੁਰਾਈਆਂ ਦੇ ਨਾਲ, ਜਿੰਦੀ ਅੰਦਰੋਂ ਅਵਸਥਾ ਨੂੰ ਮੁੱਸ ਲਿਆ, ਠੱਗ ਲਿਆ, ਖਾ ਲਿਆ ਹੈ। ਮੱਤ ਹੋਛੀ, ਉਹਦੀ ਮੱਤ ਹੋਛੀ ਹੋ ਗਈ ਹੈ, ਉਹਦੀ ਮੱਤ ਹੋਛੀ ਹੋ ਗਈ ਹੈ। ਗਿਆਨ ਵਾਲੀ ਮੱਤ ਨਹੀਂ, ਹੋਛੀ ਮੱਤ ਹੈ। ਕਿਉਂ ਰਾਹੋ ਪਛਾਣੇ, ਤੇ ਇਸ ਤਰ੍ਹਾਂ ਦਾ ਹੋਛੀ ਮੱਤ ਵਾਲਾ ਜਿਹੜਾ ਹੈ ਨਾ, ਇਹ ਸਿਆਣਿਆਂ ਦੇ ਵਿੱਚ ਨਹੀਂ ਆਉਂਦਾ। ਇਹ ਭਾਈ ਗੁਰੂ ਮਾਰਗ ਦੀ ਪਛਾਣ ਕਿਵੇਂ ਕਰ ਸਕਦਾ ਹੈ ਜੀ। ਕਿਉ ਰਾਹੈ ਜਾਣੈ, ਕਿਉ ਰਾਹੇ ਜਾਵੈ, ਮਹਿਲ ਪਾਵੈ, ਅੰਤ ਕੀ ਮਤ ਅੰਧਲੀ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਦੱਸੋ ਇਸ ਤਰ੍ਹਾਂ ਦਾ ਮਨੁੱਖ ਜਿਹੜਾ ਉਹ ਸਰੂਪ ਦੀ ਪ੍ਰਾਪਤੀ ਦੇ ਤੱਕ ਕਿਵੇਂ ਜਾ ਸਕਦਾ ਹੈ। ਕਿਉਂ ਰਾਹੇ ਜਾਵੈ, ਮਹਿਲ ਪਾਵੈ, ਉਹ ਗੁਰੂ ਮਾਰਗ ਵਾਲੇ ਰਸਤੇ ਤੇ ਦੱਸੋ ਕਿਵੇਂ ਤੁਰੇਗਾ। ਹਰੀ ਮਾਰਗ ਤੇ ਰਸਤੇ ਤੇ ਦੱਸੋ ਕਿਵੇਂ ਤੁਰੇਗਾ। ਮਹਿਲ ਪਾਵੇ ਤੇ ਸਰੂਪ ਦੀ ਉਹਨੂੰ ਪ੍ਰਾਪਤੀ ਕਿਵੇਂ ਹੋਏਗੀ। ਅੰਧ ਕੀ ਮਤ ਅੰਧਲੀ, ਜਿਹੜਾ ਅੰਨਾ ਹੈ ਉਹਦੀ ਮੱਤ ਵੀ ਅੰਨੀ ਹੈ। ਹੁਣ ਇਸ ਤਰ੍ਹਾਂ ਦਾ ਜਿਹੜਾ ਬੰਦਾ ਹੈ ਅੰਨਾ ਹੈ, ਤੇ ਉਹਨੇ ਸਾਨੂੰ ਮੱਤ ਵੀ ਅੰਨੀ ਦੇਣੀ ਹੈ। ਸਾਨੂੰ ਜਦੋਂ ਅੰਨੀ ਮੱਤ ਦੇਗਾ ਤੇ ਸਾਡੀ ਬੁੱਧੀ ਦੇ ਵਿੱਚ ਫਿਰ ਅੰਨੀ ਮੱਤ ਦਾ ਸਟੋਰ ਹੋਏਗਾ। ਸਾਡੀ ਬੁੱਧੀ ਹੈ ਜਿਹੜੀ ਫਿਰ ਉਹ ਅੰਨੀ ਮੱਤ ਵਾਲੀ ਹੋ ਜਾਏਗੀ। ਜਦੋਂ ਬੁੱਧੀ ਅੰਨੀ ਮੱਤ ਵਾਲੀ ਹੋ ਗਈ ਤੇ ਫਿਰ ਮਨ ਨੂੰ ਦੱਸੋ ਕਿੰਨੇ ਸਮਝਾਣਾ ਹੈ। ਫਿਰ ਮਨ ਤਾਂ ਮਨ ਆਈਆਂ ਕਰੇਗਾ ਨਾ। ਕਿਉਂ ਰਾਹੇ ਜਾਵੇ, ਮਹਿਲ ਪਾਵੇ, ਇਸ ਤਰ੍ਹਾਂ ਦਾ ਪ੍ਰਾਣੀ ਜਿਹੜਾ ਹੋਛੀ ਮੱਤ ਵਾਲਾ ਹੈ, ਉਹ ਕਿਵੇਂ ਰਸਤੇ ਤੇ ਤੁਰ ਸਕਦਾ ਹੈ। ਉਹਦੇ ਅੰਦਰ ਗਿਆਨ ਵਾਲੀ ਅੱਖ ਨਹੀਂ ਖੁੱਲੀ ਤੇ ਗੁਰੂ ਮਹਾਰਾਜ ਜੀ ਦੇ ਸਰੂਪ ਨੂੰ, ਪ੍ਰਭੂ ਪਰਮਾਤਮਾ ਦੇ ਸਰੂਪ ਨੂੰ ਕਿਵੇਂ ਪਾ ਸਕਦਾ ਹੈ। ਕਿਉਂਕਿ ਅੰਧ ਕੀ ਮਤ ਅੰਧਲੀ, ਜਿਹਦੇ ਅੰਦਰ ਗਿਆਨ ਨਹੀਂ, ਆਪ ਅੰਨੀ ਮਤ ਵਾਲਾ ਹੈ, ਅਗਿਆਨੀ ਹੈ, ਤੇ ਉਹਨੇ ਮਤ ਵੀ ਪਾਈ ਫਿਰ ਉਸ ਤਰ੍ਹਾਂ ਦੀ ਸਾਨੂੰ ਦੇਣੀ ਹੈ ਜੀ। ਬਿਨ ਨਾਮ ਹਰਿ ਕੇ ਕਛ ਨਾ ਸੂਝੈ, ਅੰਧ ਗੂఢ ਧੰਦਲੀ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਬਿਨਾ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਨਾ ਕਿਸੇ ਨੂੰ ਸੋਝੀ ਨਹੀਂ ਆਉਂਦੀ। ਸੂਝੇ ਦਾ ਅਰਥ ਹੈ ਸੋਝੀ ਆਉਣੀ। ਬਿਨ ਨਾਮ ਹਰਿ ਕੇ ਕਛ ਨਾ ਸੂਝੈ, ਜਦੋਂ ਤੱਕ ਅਸੀਂ ਵਾਹਿਗੁਰੂ ਨਾਮ ਦਾ ਅਭਿਆਸ ਨਹੀਂ ਕਰਦੇ, ਨਾਮ ਅਭਿਆਸੀ ਨਹੀਂ ਹੁੰਦੇ, ਨਿਤਨੇਮੀ ਨਹੀਂ ਹੁੰਦੇ, ਉਦੋਂ ਤੱਕ ਨਾ ਸਾਨੂੰ ਜਿਹੜੀ ਸੋਝੀ ਹੈ ਨਾ ਰਸਤੇ ਤੇ ਤੁਰਨ ਵਾਲੀ, ਇਹ ਵੀ ਨਹੀਂ ਆਉਂਦੀ ਤੇ ਚੰਗੇ ਤੇ ਮਾੜੇ ਦੀ ਪਰਖ ਵੀ ਨਹੀਂ ਹੋਏਗੀ। ਜਦੋਂ ਤੱਕ ਸਾਡੇ ਅੰਦਰ ਸੋਝੀ ਨਹੀਂ, ਸਾਨੂੰ ਗਿਆਨ ਹੀ ਨਹੀਂ ਹੈਗਾ। ਇੱਕ ਵਾਰੀ ਇੱਕ ਕੋਈ ਇਸ ਤਰ੍ਹਾਂ ਦਾ ਗੁਰਮੁਖ ਪਿਆਰਾ ਸੀ, ਉਹਦੇ ਕੋਲ ਨਾ ਇੱਕ ਹੀਰਾ ਸੀ।
ਉਹ ਹੀਰਾ ਸੀ ਜਿਹੜਾ ਅਸਲੀ ਸੀ। ਉਹਨੇ ਕੀ ਕੀਤਾ ਵੀ ਜੇ ਮੈਂ ਇਸ ਹੀਰੇ ਨੂੰ ਵੇਚ ਦਿੱਤਾ ਨਾ ਤੇ ਫਿਰ ਤਾਂ ਇੰਨੇ ਕੁ ਪੈਸੇ ਮੇਰੇ ਕੋਲ ਰਹਿ ਜਾਣਗੇ ਜਿੰਨੇ ਕੁ ਇਸ ਹੀਰੇ ਦੇ ਨਾਲ ਵਰਤੇ ਜਾਣਗੇ। ਕਿਉਂ ਨਾ ਮੈਂ ਇੱਕ ਇਸ ਤਰ੍ਹਾਂ ਦੀ ਚਾਲ ਬਣਾ ਲਵਾਂ ਜਿਹਦੇ ਨਾਲ ਮੈਨੂੰ ਚੰਗੀ ਕਮਾਈ ਹੋ ਜਾਵੇ ਤੇ ਹੀਰਾ ਵੀ ਮੇਰੇ ਕੋਲ ਬਚਿਆ ਰਹਿ ਜਾਵੇ, ਇਹ ਹੀਰਾ ਵੀ ਮੇਰੇ ਪਾਸ ਰਹਿ ਜਾਵੇ। ਉਹਨੇ ਉਸੇ ਤਰ੍ਹਾਂ ਦਾ ਇੱਕ ਕੱਚ ਦਾ ਹੀਰਾ ਸੀ ਜਿਹੜਾ ਉਹ ਬਣਵਾ ਲਿਆ ਤੇ ਜਾ ਕੇ ਨਾ ਇਹ ਸ਼ਰਤ ਲਾ ਲੈਂਦਾ ਹੈ ਵੱਡੇ ਵੱਡੇ ਅਮੀਰ ਲੋਕਾਂ ਦੇ ਪਾਸ। ਉਹਨਾਂ ਨੂੰ ਕਹਿੰਦਾ ਵੀ ਆਹ ਦੋ ਹੀਰੇ ਨੇ, ਇਹਨਾਂ ਵਿੱਚ ਇੱਕ ਅਸਲੀ ਤੇ ਇੱਕ ਨਕਲੀ ਹੈ। ਜਿਹੜਾ ਅਸਲੀ ਦੱਸ ਦੇਵੇਗਾ ਉਹਦਾ ਹੀਰਾ ਹੋ ਗਿਆ ਤੇ ਜਿਹਨੇ ਨਕਲੀ ਨੂੰ ਹੱਥ ਲਾਇਆ ਨਾ, ਅਸਲੀ ਨਾ ਦੱਸਿਆ ਗਿਆ ਤੇ ਉਹਨੂੰ ਇਸ ਹੀਰੇ ਦੀ ਜਿਤਨੀ ਕੀਮਤ ਹੈ ਨਾ ਉਤਨਾ ਧਨ ਦੇਣਾ ਪਏਗਾ। ਇਹਨੇ ਚੰਗੀ ਕਮਾਈ ਕੀਤੀ। ਅਖੀਰ ਇੱਕ ਕਿਸੇ ਪ੍ਰਾਣੀ ਦੇ ਕੋਲ ਗਿਆ ਤੇ ਉਹਦੇ ਪਾਸ ਜਾ ਕੇ ਵੀ ਇਹਨੇ ਇਹੀ ਸ਼ਰਤ ਰੱਖੀ। ਉਹਨੇ ਨਾ ਕਰ ਦਿੱਤੀ, ਕਹਿੰਦਾ ਮੈਨੂੰ ਇਹ ਤੇਰੀ ਸ਼ਰਤ ਮਨਜ਼ੂਰ ਹੀ ਨਹੀਂ, ਮੈਂ ਤੇਰੇ ਨਾਲ ਖੇਡ ਹੀ ਨਹੀਂ ਖੇਡਦਾ। ਉਸ ਦੇ ਦਰਬਾਰ ਦੇ ਵਿੱਚ ਇੱਕ ਬਜ਼ੁਰਗ ਸੀ, ਸਿਆਣਾ ਸਮਝਦਾਰ ਸੀ। ਉਹਨੇ ਆਖਿਆ ਜੀ ਤੁਸੀਂ ਖੇਡ ਲਓ, ਪਰਖ ਮੈਂ ਕਰ ਦਿਆਂਗਾ। ਉਹਨੇ ਕਿਹਾ ਜੀ ਠੀਕ ਹੈ। ਇਹਨੇ ਦੋਵੇਂ ਹੀਰੇ ਲੈ ਕੇ ਨਾ ਧੁੱਪ ਦੇ ਵਿੱਚ ਰੱਖ ਦਿੱਤੇ। ਹੁਣ ਕਾਚੇ ਜਿਹੜਾ ਇਹ ਧੁੱਪ ਦੇ ਵਿੱਚ ਗਰਮ ਹੋ ਜਾਂਦਾ ਤੇ ਹੀਰੇ ਦੀ ਜਿਹੜੀ ਪਛਾਣ ਹੈ ਉਹ ਇਹ ਹੈ ਕਿ ਧੁੱਪ ਦੇ ਵਿੱਚ ਗਰਮ ਨਹੀਂ ਹੁੰਦਾ। ਇਹ ਆਪਣੇ ਵਿੱਚ ਉਸ ਦੀ ਗਰਮੈਸ਼ ਨੂੰ ਸੋਖ ਲੈਂਦਾ ਹੈ ਤੇ ਇਸੇ ਕਰਕੇ ਹੀਰੇ ਨੂੰ ਜਦੋਂ ਹਨੇਰੇ 'ਚ ਰੱਖੀਦਾ ਨਾ ਉੱਥੇ ਫਿਰ ਇਹ ਚਮਕ ਛੱਡਦਾ, ਪ੍ਰਕਾਸ਼ ਕਰਦਾ ਹੈ। ਕੋਹੀਨੂਰ ਹੀਰਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਸ। ਸੋ ਪਰਖ ਹੋਈ ਏ, ਇਹਨੇ ਦੋਵੇਂ ਹੀਰੇ ਮੰਗਾ ਲਏ ਨੇ ਤੇ ਬਜ਼ੁਰਗ ਨੇ ਦੋਵਾਂ ਨੂੰ ਹੱਥ 'ਚ ਫੜ ਲਿਆ। ਜਿਹੜਾ ਕੱਚ ਦਾ ਸੀ ਉਹ ਗਰਮ ਹੋ ਗਿਆ, ਜਿਹੜਾ ਅਸਲੀ ਸੀ ਉਹ ਠੰਡਾ ਰਹਿ ਗਿਆ। ਸੋ ਗੁਰੂ ਜੀ ਇੱਥੇ ਇਸ ਤਰ੍ਹਾਂ ਦੱਸਦੇ ਨੇ, ਬਿਨ ਨਾਮ ਹਰਿ ਕੇ ਕਛ ਨਾ ਸੂਝੈ। ਜਦੋਂ ਤੱਕ ਅਸੀਂ ਨਾਮ ਦੇ ਲੜ ਨਹੀਂ ਲੱਗਦੇ ਉਦੋਂ ਤੱਕ ਸਾਨੂੰ ਕੁਝ ਵੀ ਸੋਝੀ ਨਹੀਂ ਆਉਂਦੀ, ਨਾ ਚੰਗੇ ਦੀ ਤੇ ਨਾ ਮਾੜੇ ਦੀ। ਅੰਦਰ ਅਵਸਥਾ ਹੀ ਨਹੀਂ ਬਣਦੀ। ਜਿਹੜੀ ਅੰਤਰਜਾਮਤਾ ਹੈ, ਅੰਤਰ ਅਵਸਥਾ ਹੈ, ਉਹ ਨਹੀਂ ਬਣਦੀ ਬਿਨਾਂ ਪ੍ਰਭੂ ਪਰਮਾਤਮਾ ਦੇ ਨਾਮ ਤੋਂ। ਅੰਧ ਬੂਢੋ ਧੰਦਲੀ, ਤੇ ਜਿਹੜਾ ਅੰਨਾ ਹੈ ਨਾ ਉਹ ਡੁੱਬ ਜਾਵੇਗਾ ਕਿੱਥੇ? ਧੰਦਲੀ। ਉਸ ਧੰਦਲੀ ਦੇ ਵਿੱਚ ਇੱਕ ਅੰਨਾ ਸੀ, ਉਹ ਖੇਤ ਜਾਇਆ ਕਰਦਾ ਸੀ, ਪ੍ਰਸ਼ਾਦਾ ਪਾਣੀ ਲੈ ਜਾਇਆ ਕਰਦਾ ਤੇ ਜਿਹੜੇ ਉੱਥੇ ਕੰਮ ਕਰਿਆ ਕਰਦੇ ਸਨ ਉਹਨਾਂ ਸਾਰਿਆਂ ਨੂੰ ਛਕਾ ਕੇ ਉਸੇ ਤਰ੍ਹਾਂ ਭਾਂਡੇ ਇਕੱਠੇ ਕਰਕੇ ਤੇ ਰਾਏ ਫਿਰ ਆ ਜਾਂਦਾ। ਕਈ ਅੰਨੇ ਇਸ ਤਰ੍ਹਾਂ ਦੇ ਹੁੰਦੇ ਨੇ, ਪੈਰਾਂ ਤੇ ਰਾਹ ਚੜ ਜਾਂਦਾ ਹੈ, ਉਹ ਹੋਰ ਪਾਸੇ ਨਹੀਂ ਜਾਂਦੇ, ਰਸਤੇ ਤੇ ਹੀ ਜਾਂਦੇ ਨੇ ਡੰਗੋਰੀ ਜੀ ਲੈ ਕੇ। ਇੱਕ ਦਿਨ ਅਚਨਚੇਤ ਕੀ ਹੋਇਆ, ਇਹ ਉਖੜ ਗਿਆ ਕਿਸੇ ਕਾਰਨ ਕਰਕੇ, ਰਸਤੇ ਤੋਂ ਉੱਕ ਗਿਆ ਤੇ ਜਦੋਂ ਥੋੜ੍ਹੀ ਵਾਟ ਗਿਆ ਤੇ ਇਹਦੇ ਪੈਰਾਂ ਨੂੰ ਮਹਿਸੂਸ ਹੋਇਆ ਵੀ ਉਹ ਰਸਤਾ ਨਹੀਂ ਜਿਹੜੇ ਰਸਤੇ ਤੇ ਮੈਂ ਤੁਰਦਾ। ਇਹਨੇ ਆਵਾਜ਼ ਮਾਰੀ ਵੀ ਮੈਂ ਅੰਨਾ ਤੇ ਜੇ ਕੋਈ ਮੇਰੀ ਆਵਾਜ਼ ਸੁਣਦਾ ਨਾ ਤੇ ਮੈਂ ਫਲਾਣਾ ਸਿੰਘ ਦਾ ਇਸ ਤਰ੍ਹਾਂ ਪੁੱਤਰ ਧੀ ਜਾਂ ਪਿਤਾ ਤੇ ਉਹਦੇ ਖੇਤ ਰੋਟੀਆਂ ਲੈ ਕੇ ਜਾਣੀਆਂ ਨੇ, ਮੈਨੂੰ ਉਸ ਰਸਤੇ ਤੇ ਪਾ ਦੇਵੇ ਤੇ ਮੇਰੇ ਪਾਸ ਚੂਰੀ ਹੈ ਤੇ ਮੈਂ ਉਹਨੂੰ ਦੇ ਦਿਆਂਗਾ। ਇੱਕ ਹੋਰ ਅੰਨਾ ਸੀ, ਉਹਨੇ ਸੁਣ ਲਿਆ। ਉਸ ਅੰਨੇ ਨੇ ਸੁਣ ਲਿਆ ਤੇ ਉਹਨੇ ਆਖਿਆ ਇੱਧਰ ਨੂੰ ਮੇਰੇ ਵੱਲ ਨੂੰ ਆ ਜਾ। ਇਹ ਆਵਾਜ਼ ਸੁਣ ਕੇ ਉੱਧਰ ਨੂੰ ਆ ਗਿਆ। ਕਹਿੰਦਾ ਮੇਰੇ ਮਗਰ ਮਗਰ ਤੁਰਿਆ। ਹੁਣ ਉਹਦੇ ਮਗਰ ਮਗਰ ਤੁਰਿਆ ਹੈ ਤੇ ਅੱਗੇ ਨਾ ਖੱਡਾ ਸੀ, ਦੋਵੇਂ ਡਿੱਗ ਪਏ ਨੇ। ਜਦੋਂ ਦੋਵੇਂ ਡਿੱਗ ਪਏ ਨੇ ਤੇ ਕਹਿੰਦਾ ਤੂੰ ਮੈਨੂੰ ਖੱਡੇ 'ਚ ਡੇਗ ਦਿੱਤਾ। ਕਹਿੰਦਾ ਮੈਂ ਵੀ ਨਾਲ ਡਿੱਗਿਆ। ਕਹਿੰਦਾ ਮੈਂ ਵੀ ਅੰਨਾ, ਮੈਂ ਤਾਂ ਤੇਰੀ ਚੂਰੀ ਖਾਣ ਦੇ ਮਾਰੇ ਨੇ ਨਾ ਲਾਲਚ ਕੀਤਾ ਸੀ ਵੀ ਸ਼ਾਇਦ ਰਸਤਾ ਲੱਭ ਜਾਵੇ, ਪਰ ਆਪਾਂ ਤਾਂ ਦੋਵੇਂ ਡਿੱਗ ਪਏ ਆ। ਇਹਨੂੰ ਕਹਿੰਦੇ ਨੇ ਅੰਧ ਬੁੱਢੋ ਧੰਦਲੀ। ਧੰਦਲੀ ਦਾ ਅਰਥ ਹੁਣ ਭਾਵੇਂ ਲਾਲਚ ਕਰ ਲਓ ਤੇ ਭਾਵੇਂ ਧੰਦਾ ਕਰ ਲਓ, ਮਤਲਬ ਅਗਲੇ ਦੀ ਜੇਬ ਕੱਟਣ ਨਾਲ ਏ, ਅਗਲੇ ਨੂੰ ਮੁੰਨਣ ਦੇ ਨਾਲ ਏ। ਹੁਣ ਅਸੀਂ ਇਸ ਸੰਸਾਰ ਦੇ ਵਿੱਚੋਂ ਪਾਰ ਹੋਣ ਦੇ ਲਈ ਨਾ ਤਰਲੇ ਲੈਂਦੇ ਹਾਂ ਵੀ ਕੋਈ ਪੂਰਨ ਗੁਰੂ ਸਾਨੂੰ ਮਿਲ ਜਾਵੇ, ਕੋਈ ਚੰਗਾ ਸਾਧੂ ਸੰਤ ਸਾਨੂੰ ਮਿਲ ਜਾਵੇ ਤੇ ਸਾਡਾ ਬੇੜਾ ਪਾਰ ਹੋ ਜਾਵੇ, ਪਰ ਮਿਲਦਾ ਨਹੀਂ। ਜਦੋਂ ਨਹੀਂ ਮਿਲਦਾ ਤੇ ਫਿਰ ਅਸੀਂ ਲਾਲਚ ਵੀ ਦਿੰਦੇ ਹਾਂ ਵੀ ਸਾਡੇ ਕੋਲ 4 ਪੈਸੇ ਹੈਗੇ ਨੇ
ਸੇਵਾ ਵੀ ਅਗਲੇ ਦੀ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ ਤੇ ਉਹਦੇ ਮਗਰ ਤੁਰ ਪੈਂਦੇ। ਉਹ ਲਾਲਚ ਦੇ ਵਿੱਚ ਸਾਨੂੰ ਫਿਰ ਮਗਰ ਤੋਰ ਲੈਂਦਾ, ਅੱਗੇ ਉਹ ਡਿੱਗ ਪੈਂਦਾ ਤੇ ਮਗਰ ਅਸੀਂ ਡਿੱਗ ਪੈਂਦੇ ਹਾਂ। ਫਿਰ ਜਦੋਂ ਅਸੀਂ ਕਹਿ ਦਿੰਦੇ ਹਾਂ ਭਈ ਤੂੰ ਸਾਨੂੰ ਖੱਡੇ 'ਚ ਡਿੱਗਦਾ, ਤੇ ਉਹ ਕਹਿ ਦਿੰਦਾ ਮੈਂ ਵੀ ਨਾਲ ਹੀ ਡਿੱਗਿਆ, ਮੈਂ ਕਿਹੜਾ ਗਾਂ ਲੰਘ ਗਿਆ। ਬਿਨ ਨਾਮ ਹਰ ਕੇ ਕਛ ਨਾ ਸੂਝੈ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਨਾ ਇਸ ਤਰ੍ਹਾਂ ਦੀਆਂ ਜਿਹੜੀਆਂ ਸੋਝੀਆਂ ਆਉਂਦੀਆਂ ਨੇ ਨਾ, ਇਹ ਆਉਂਦੀਆਂ ਨਹੀਂ। ਤੇ ਜਿਹੜੇ ਅਸੀਂ ਚੂਰੀ ਖਾਣ ਵਾਲੇ ਦੇ ਮਗਰ ਲੱਗ ਜਾਂਦੇ ਹਾਂ, ਉਹਦੀ ਆਵਾਜ਼ ਸੁਣ ਕੇ ਉਹਦੇ ਮਗਰ ਤੁਰ ਪੈਂਦੇ ਹਾਂ। ਅੰਧ ਬੂਢੋ ਧੰਦਲੀ ਪਈਓ, ਭਈ ਆਪ ਵੀ ਅੰਨਾ ਹੈ ਤੇ ਖੱਡੇ 'ਚ ਡਿੱਗੇਗਾ ਤੇ ਨਾਲ ਸਾਨੂੰ ਵੀ ਲੈ ਕੇ ਡਿੱਗ ਪੈਂਦਾ ਹੈ ਜੀ। ਦਿਨ ਰਾਤ ਚਾਨਣ ਚਾਉ ਉਪਜੈ, ਸ਼ਬਦ ਗੁਰ ਕਾ ਮਨ ਵਸੈ। ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਸ਼ਬਦ ਨੇ ਵਾਸਾ ਕਰ ਲਿਆ, ਗੁਰੂ ਜੀ ਦੇ ਉਪਦੇਸ਼ ਨੇ ਵਾਸਾ ਕਰ ਲਿਆ ਨਾ, ਉਹਨਾਂ ਦੇ ਮਨ ਫਿਰ ਜਿਹੜੇ ਨੇ ਨਾ ਉਹ ਰਲਦੇ ਨਹੀਂ। ਉਹਨਾਂ ਦੇ ਅੰਦਰ ਤਾਂ ਚਾਹ ਚੜਿਆ ਰਹਿੰਦਾ ਹੈ। ਚਾਉ ਦਾ ਅਰਥ ਹੁੰਦਾ ਚਾਹ ਚੜਿਆ ਰਹਿਣਾ। ਉਹਨਾਂ ਦੇ ਅੰਦਰ ਤਾਂ ਚਾਹ ਚੜਿਆ ਰਹਿੰਦਾ ਬਾਣੀ ਪੜ੍ਹਨ ਦਾ, ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ, ਸੱਚੇ ਸਤਿਗੁਰ ਦੀ ਸੇਵਾ ਕਰਨ ਦਾ। ਇਸ ਤਰ੍ਹਾਂ ਚਾਹ ਚੜਿਆ ਰਹਿੰਦਾ। ਦਿਨ ਰਾਤ ਚਾਨਣ ਚਾਉ ਉਪਜੇ। ਜਿਵੇਂ ਜਿਵੇਂ ਚਾਨਣ ਹੁੰਦਾ, ਚਾਹ ਚੜ੍ਹਦਾ ਨਾ, ਉਵੇਂ ਉਵੇਂ ਚਾਨਣ ਹੁੰਦਾ, ਤੇ ਜਿਵੇਂ ਜਿਵੇਂ ਚਾਨਣ ਹੁੰਦਾ ਉਵੇਂ ਉਵੇਂ ਚਾਹ ਚੜ੍ਹਦਾ। ਇਹ ਦੋਵੇਂ ਕਿਰਿਆਵਾਂ ਨੇ ਨਾ ਜਿਹੜੀਆਂ, ਇਹ ਬਰਾਬਰ ਹੀ ਚੱਲਦੀਆਂ ਨੇ। ਅਸੀਂ ਕੋਈ ਕੰਮ ਕਰ ਰਹੇ ਹਾਂ, ਜਿਵੇਂ ਜਿਵੇਂ ਸਾਨੂੰ ਕੰਮ ਨਿਬੜਦਾ ਦਿਸਦਾ ਨਾ, ਉਵੇਂ ਉਵੇਂ ਹੌਸਲਾ ਵੱਧਦਾ ਵੀ ਆਹ ਥੋੜ੍ਹਾ ਜਿਹਾ ਰਹਿ ਗਿਆ, ਬਸ ਹੁਣ ਨਿਬੇੜ ਦਿੰਦੇ ਹਾਂ। ਤੇ ਅੰਦਰ ਚਾਅ ਵੀ ਚੜ੍ਹਦਾ ਜਾਂਦਾ ਵੀ ਨਿਬੜ ਗਿਆ। ਪਹਿਲੋਂ ਕਣਕਾਂ ਵੱਢਦੇ ਹੁੰਦੇ ਸਾਂ, ਸਾਨੂੰ ਵੀ ਧੱਕੇ ਧੋੜੇ ਦੇ ਨਾਲ ਹੁੰਦੇ, ਨਿੱਕੇ ਸਾਂ ਨਾਲ ਲੈ ਜਾਇਆ ਕਰਦੇ ਸਨ, ਤੇ ਅਗਲਾ ਸਿਰਾ ਵਿਖਾ ਦੇਣਾ ਵੀ ਆਹ ਲੈ ਥੋੜ੍ਹਾ ਜਿਹਾ ਰਹਿ ਗਿਆ, ਬਸ ਐਂ ਕਰਕੇ ਵਡਿਆ ਕੇ ਤੇ ਨਾਲ ਰਲਾਈ ਰੱਖਣਾ। ਇਹੀ ਗੱਲ ਗੁਰੂ ਮਹਾਰਾਜ ਜੀ ਇੱਥੇ ਦੱਸਦੇ ਨੇ। ਦਿਨ ਰਾਤ ਚਾਨਣ ਚਾਉ ਉਪਜੈ। ਜਿਵੇਂ ਜਿਵੇਂ ਕੰਮ ਨੇੜੇ ਹੁੰਦਾ ਦਿੰਦਾ ਹੈ, ਉਵੇਂ ਉਵੇਂ ਚਾਹ ਚੜ੍ਹਦਾ ਹੈ, ਤੇ ਜਿਵੇਂ ਜਿਵੇਂ ਚਾਹ ਚੜ੍ਹਦੇ ਦੇ ਨਾਲ ਕੰਮ ਨੂੰ ਕਰੀ ਜਾਈਦਾ, ਉਵੇਂ ਉਵੇਂ ਅੰਦਰ ਚਾਨਣ ਹੁੰਦਾ ਜਾਂਦਾ ਹੈ। ਇੱਥੇ ਹੁਣ ਚਾਨਣ ਹੈ ਜਿਹੜਾ ਉਹ ਨਾਮ ਨੇ ਕਰਨਾ ਹੈ। ਜਿਵੇਂ ਜਿਵੇਂ ਨਾਮ ਅਭਿਆਸ ਕਰੀਦਾ ਹੈ, ਗੁਰਬਾਣੀ ਦੇ ਨਾਲ ਜੁੜੀਦਾ, ਅੰਦਰ ਥੋੜ੍ਹਾ ਥੋੜ੍ਹਾ ਚਾਨਣ ਹੁੰਦਾ ਜਾਂਦਾ, ਉਵੇਂ ਉਵੇਂ ਚਾਹ ਚੜ੍ਹਦਾ ਜਾਂਦਾ, ਵੀ ਅਵਸਥਾ ਬਣਦੀ ਜਾਂਦੀ ਹੈ। ਦਿਨ ਰਾਤ ਚਾਨਣ ਚਾਉ ਉਪਜੇ। ਫਿਰ ਦਿਨ ਤੇ ਰਾਤ ਗੁਰਮੁਖ ਪਿਆਰਿਆਂ ਦੇ ਅੰਦਰ ਗੁਰੂ ਦੇ ਗਿਆਨ ਦਾ ਚਾਨਣ ਹੁੰਦਾ ਹੈ, ਤੇ ਜਿਵੇਂ ਜਿਵੇਂ ਚਾਨਣ ਹੁੰਦਾ ਉਵੇਂ ਉਵੇਂ ਚਾਹ ਚੜ੍ਹਦਾ। ਚਾਹ ਦੇ ਨਾਲ ਫਿਰ ਹੋਰ ਜ਼ਿਆਦਾ ਨਾਮ ਜਪਦੇ ਨੇ। ਸ਼ਬਦ ਗੁਰ ਕਾ ਮਨ ਵਸੇ। ਗੁਰੂ ਮਹਾਰਾਜ ਜੀ ਦਾ ਉਪਦੇਸ਼ ਸ਼ਬਦ ਹੈ ਜਿਹੜਾ ਗੁਰਮੁਖਾਂ ਦੇ ਅੰਦਰ ਵਾਸਾ ਕਰਦਾ ਹੈ ਜੀ। ਕਰ ਜੋੜ ਗੁਰ ਪਹਿ ਕਰ ਬਿਨੰਤੀ, ਰਾਹੁ ਪਾਦਰ ਗੁਰ ਦਸੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਵੇਖੀ ਗੁਰਮੁਖ ਪਿਆਰਿਆ, ਤੈਨੂੰ ਕਿੰਨਿਆਂ ਨੁਕਤਿਆਂ ਦੇ ਨਾਲ, ਕਿੰਨੀਆਂ ਗੱਲਾਂ ਦੇ ਨਾਲ ਸਮਝਾਇਆ, ਤੇ ਗੁਰੂ ਤੋਂ ਬਿਨਾਂ ਕਿਸੇ ਹੋਰ ਦੇ ਕੋਲ ਨਾ ਤੁਰਿਆ ਫਿਰੀ। ਹੋਰ ਕਿਸੇ ਨੇ ਤੈਨੂੰ ਨਹੀਂ ਰਾਹ ਦੱਸਣਾ, ਤੇ ਗੁਰੂ ਰਾਹ ਕਿਵੇਂ ਦੱਸੇਗਾ। ਕਰ ਜੋੜ, ਦੋਵੇਂ ਹੱਥ ਜੋੜ ਲਈ। ਕਰ ਕਹਿੰਦੇ ਨੇ ਹੱਥਾਂ ਨੂੰ, ਕਿਉਂਕਿ ਇਹ ਕੁਝ ਕਰਦੇ ਰਹਿੰਦੇ ਨੇ। ਨਾਂ ਨੇ ਜਿਹੜੇ ਇਹ ਗੁਣਵਾਚਕ ਵੀ ਹੁੰਦੇ ਨੇ ਤੇ ਕਿਰਿਆਵਾਚਕ ਵੀ ਹੁੰਦੇ ਨੇ। ਕੁਝ ਕਰਦੇ ਨੇ, ਉਹਨਾਂ ਦੇ ਨਾਲ ਵੀ ਇਹਨਾਂ ਦਾ ਨਾਂ ਪੈਂਦਾ ਹੈ, ਤੇ ਕੁਝ ਇਹਨਾਂ ਦੇ ਗੁਣ ਹੁੰਦੇ ਨੇ, ਉਹਨਾਂ ਦੇ ਨਾਲ ਵੀ ਨਾਂ ਪੈਂਦਾ। ਜਿਵੇਂ ਜ਼ੁਬਾਨ ਨੂੰ ਰਸਨਾ ਆਖਦੇ ਨੇ, ਕਿਉਂਕਿ ਇਹ ਰਸ ਲੈਂਦੀ ਹੈ, ਕੌੜਾ ਮਿੱਠਾ, ਇਹਨੂੰ ਸਾਰੇ ਰਸਾਂ ਦਾ ਪਤਾ, ਤਾਂ ਰਸਨਾ ਆਖਦੀਦਾ। ਕਰ ਹੱਥ ਕੁਝ ਨਾ ਕੁਝ ਕਰਦੇ ਨੇ। ਕਰ ਜੋੜ, ਇਹ ਕਰਨ ਵਾਲਿਆਂ ਨੂੰ ਦੋਵਾਂ ਨੂੰ ਜੋੜ ਕੇ ਗੁਰੂ ਦੇ ਅੱਗੇ ਖੜੇ ਹੋ ਜਾ। ਗੁਰ ਪਹਿ ਕਰ ਬੇਨੰਤੀ। ਬੇਨੰਤੀ ਦਾ ਅਰਥ ਹੁੰਦਾ ਅਰਦਾਸ ਕਰਨਾ, ਬੇਨਤੀ ਕਰਨਾ, ਜੋਦੜੀ ਕਰਨਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਦੋਂ ਵੀ ਗੁਰੂ ਮਹਾਰਾਜ ਜੀ ਦੇ ਪਾਸ ਦਰਸ਼ਨਾਂ ਨੂੰ ਆਵੇਂ ਨਾ, ਤੇ ਦੋਵੇਂ ਹੱਥ ਜੋੜ ਕੇ ਗੁਰੂ ਦੇ ਅੱਗੇ ਇਹੀ ਅਰਦਾਸ ਕਰਿਆ ਕਰ, ਰਾਹੋ ਪਾਦਰ ਗੁਰ ਦਸੈ। ਇਹ ਰਸਤਾ ਹੈ ਜਿਹੜਾ, ਹੁਣ ਰਾਹੋ ਦਾ ਅਰਥ ਵੀ ਰਾਹ ਹੁੰਦਾ ਹੈ, ਰਾਹ ਦਾ ਅਰਥ ਵੀ ਰਸਤਾ, ਤੇ ਪਾਦਰ ਦਾ ਵੀ ਅਰਥ ਹੈ ਨਾ ਜਿਹੜਾ, ਉਹ ਰਸਤਾ ਹੈ। ਹੁਣ ਇੱਥੇ ਪਾਦਰ ਸ਼ਬਦ ਕਿਉਂ ਵਰਤਿਆ ਰਾਹ ਦੇ ਨਾਲ? ਪਾਦਰ ਦਾ ਅਰਥ ਹੁਣ ਹੋ ਗਿਆ ਪੱਧਰਾ। ਪਾਦਰ ਦਾ ਅਰਥ ਜਿਹੜਾ ਉਹ ਪੱਧਰਾ ਹੋ ਗਿਆ। ਰਾਹੋ ਪਾਦਰ, ਪੱਧਰਾ ਰਸਤਾ ਹੈ ਜਿਹੜਾ, ਗੁਰ ਦੱਸੇ, ਗੁਰੂ ਨਾਨਕ ਦੇਵ ਜੀ ਹੀ ਦੱਸਣਗੇ। ਇਹ ਅਧਿਆਤਮਿਕ ਦੀ ਦੁਨੀਆ ਦੇ ਵਿੱਚ ਵੀ ਰਸਤੇ ਕਿਤੇ ਪੱਧਰੇ ਨੇ ਤੇ ਕਿਤੇ ਟੋਇਆਂ ਟਿੱਬਿਆਂ ਵਾਲੇ ਨੇ, ਕਿਤੇ ਸੜਕਾਂ ਬੜੀਆਂ ਟੁੱਟੀਆਂ ਪਈਆਂ ਨੇ। ਟੁੱਟੀਆਂ ਕਿਤੇ ਨੇ? ਜਦੋਂ ਸਾਨੂੰ ਕੋਈ ਕਹਿ ਦਿੰਦਾ ਨਾ ਤੂੰ ਨਿਉਲੀ ਕਰਮ ਕਰ, ਇਹ ਹੁਣ ਟੁੱਟ ਗਈ ਏ ਸੜਕ। ਜਦੋਂ ਕੋਈ ਸਾਨੂੰ ਕਹਿੰਦਾ ਨਾ ਕੁੰਭ ਕਰ,
ਇਸ ਤਰ੍ਹਾਂ ਦੀਆਂ ਜਿਹੜੀਆਂ ਕਿਰਿਆ ਨੇ ਨਾ, ਰੇਚਕ ਕੁੰਭਕ, ਇਹ ਕਿਰਿਆਵਾਂ ਕਰ ਇਹੋ ਰਸਤਾ ਸੜਕ ਤੋੜਤੀ, ਇਹਨੇ ਟੁੱਟੀ ਸੜਕ ਤੇ ਸਾਨੂੰ ਪਾ ਲਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਪੱਧਰਾ ਰਸਤਾ ਦੱਸਦੇ ਨੇ ਵੀ ਵਾਹਿਗੁਰੂ ਵਾਹਿਗੁਰੂ ਜਪੀ ਜਾ ਤੇ ਇਸ ਰਸਤੇ ਤੇ ਤੁਰਿਆ ਚੱਲ। ਰਾਹੋ ਪਾਦਰ ਗੁਰ ਦੱਸੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ। ਜਿਹੜਾ ਪੱਧਰਾ ਰਸਤਾ ਹੈ, ਸਿੱਧਾ ਰਸਤਾ ਹੈ, ਸਾਫ਼ ਰਸਤਾ, ਜਿਹਦੇ ਵਿੱਚ ਕੋਈ ਟੋਇਆ ਟਿੱਬਾ ਨਹੀਂ, ਉਹ ਸਾਨੂੰ ਦੱਸਦੇ ਹਨ। ਤੇ ਇਸ ਦੇ ਲਈ ਭਾਈ ਦੋਵੇਂ ਹੱਥ ਜੋੜ ਕੇ ਗੁਰੂ ਦੇ ਅੱਗੇ ਬੇਨਤੀ ਕਰਨਾ ਕਰੀਏ ਜੀ। ਮਨ ਪਰਦੇਸੀ ਜੇਠੀਐ, ਸਭ ਦੇਸ ਪਰਾਇਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। 7ਵੀਂ ਪੌੜੀ ਦੇ ਵਿੱਚ ਫਿਰ ਰੁੱਖ ਬਦਲ ਗਿਆ ਹੈ। ਇੱਥੇ ਵੀ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਇੱਕ ਨੁਕਤੇ ਦੇ ਨਾਲ ਸਾਨੂੰ ਦੱਸਿਆ ਹੈ। ਜਦੋਂ ਅਸੀਂ ਪਰਦੇਸ ਦੇ ਵਿੱਚ ਚਲੇ ਜਾਂਦੇ ਹਾਂ ਤੇ ਉੱਥੇ ਸਾਡੇ ਅੰਦਰ ਨਾ ਆਪਣਿਆਂ ਵਾਲਾ ਜਿਹੜਾ ਮੋਹ ਹੈ ਨਾ, ਉਹ ਕਿਸੇ ਨਾਲ ਨਹੀਂ ਪੈਂਦਾ। ਵੇਖੋ ਅਸੀਂ ਰਲ ਮਿਲ ਕੇ ਉੱਥੇ ਸਾਰਿਆਂ ਦੇ ਨਾਲ ਹੀ ਰਹਿੰਦੇ ਹਾਂ। ਸੱਜਣ ਮਿੱਤਰ ਵੀ ਉੱਥੇ ਸਾਡੇ ਆਪਣੇ ਹੁੰਦੇ ਨੇ, ਬਣਾਏ ਹੁੰਦੇ ਨੇ। ਕਾਰੋਬਾਰ ਵੀ ਉਹਨਾਂ ਨਾਲ ਰਲ ਕੇ ਕਰੀਦਾ, ਲੈਣ ਦੇਣ ਵੀ ਚੱਲਦਾ ਰਹਿੰਦਾ ਹੈ। ਪਰ ਜਿਹੜਾ ਆਪਣਿਆਂ ਦਾ ਮੋਹ ਹੈ ਨਾ, ਉਹ ਆਪਣੇ ਪਰਿਵਾਰ ਦੇ ਨਾਲ ਹੀ ਹੁੰਦਾ ਹੈ। ਹੁਣ ਇਹ ਗੱਲ ਗੁਰੂ ਜੀ ਵੇਖੋ ਕਿੰਨੇ ਸੋਹਣੇ ਢੰਗ ਤਰੀਕੇ ਦੇ ਨਾਲ ਸਾਨੂੰ ਦੱਸ ਰਹੇ ਨੇ। ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਜਿਵੇਂ ਪਰਾਏ ਦੇਸ਼ ਦੇ ਵਿੱਚ ਜਾ ਕੇ ਮਨ ਜਿਹੜਾ ਉਹ ਆਪਣਿਆਂ ਦੇ ਮੋਹ ਤੋਂ ਬਚਿਆ ਰਹਿੰਦਾ ਹੈ ਨਾ, ਉਸੇ ਤਰ੍ਹਾਂ ਇਸ ਦੁਨੀਆ ਦੇ ਅੰਦਰ ਅਸੀਂ ਰਹਿ ਰਹੇ ਹਾਂ। ਤੇ ਗੁਰੂ ਕਿਰਪਾ ਕਰੇ ਸਾਡਾ ਮਨ ਜਿਹੜਾ ਉਹ ਆਪਣਿਆਂ ਦੇ ਮੋਹ ਤੋਂ ਬਚਿਆ ਰਵੇ। ਰਹਿਣਾ ਰਲ ਮਿਲ ਕੇ ਹੈ, ਰਹਿਣਾ ਪ੍ਰੇਮ ਦੇ ਨਾਲੇ, ਪਰ ਕਿਸੇ ਦੇ ਮੋਹ ਦੇ ਵਸ ਹੋ ਕੇ ਨਾ ਪਾਪ ਨਹੀਂ ਕਰਨਾ, ਗੁਨਾਹ ਨਹੀਂ ਕਰਨਾ। ਇਹ ਮੋਹ ਬੁਰਾ ਹੋ ਗਿਆ ਹੈ। ਮੋਹ ਚੰਗਾ ਹੈ, ਮੋਹ ਜਿਹੜਾ ਹੈ ਨਾ ਇਹ ਚੰਗਾ ਹੈ। ਮੋਹ ਦੇ ਨਾਲ ਮਿਲਾਪ ਵੱਧਦਾ ਹੈ, ਮੋਹ ਦੇ ਨਾਲ ਪਿਆਰ ਵੱਧਦਾ ਹੈ, ਮੋਹ ਦੇ ਨਾਲ ਲੈਣ ਦੇਣ ਜਿਹੜਾ ਹੈ ਨਾ ਉਹ ਵੱਧਦਾ ਹੈ। ਤੇ ਜਿਹਦੇ ਨਾਲ ਸਾਡਾ ਜੀਵਨ ਸੌਖਾ ਨਾ ਉਹ ਹੋ ਜਾਂਦਾ ਹੈ। ਪਰ ਮੋਹ ਦੇ ਵਸ ਹੋ ਕੇ ਜਦੋਂ ਅਸੀਂ ਪਾਪ ਕਰਦੇ ਹਾਂ ਨਾ, ਇਹ ਮੋਹ ਜਿਹੜਾ ਇਹ ਗੁਨਾਹਗਾਰ ਹੋ ਗਿਆ ਹੈ। ਧੰਨ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਮੋਹ ਦਾ ਜਿਹੜਾ ਪਾਪ ਹੈ ਨਾ ਉਹ ਸਾਨੂੰ ਦੱਸਿਆ ਹੈ। ਸੁਤ ਦਾਰਾ ਪੇ ਆਨ ਲੁਟਾਵੇ। ਹੁਣ ਵੇਖੋ ਇੱਕ ਪਾਸੇ ਮੋਹ ਹੈ ਸਾਡਾ ਆਪਣੇ ਪਰਿਵਾਰ ਦੇ ਨਾਲ, ਤੇ ਉਸ ਮੋਹ ਦੇ ਵਸ ਹੋ ਕੇ ਅਸੀਂ ਕੀ ਕਰਦੇ ਹਾਂ, ਦੂਜਿਆਂ ਤੋਂ ਲੁੱਟ ਖਸੁੱਟ ਕਰਦੇ ਹਾਂ। ਦੂਜਿਆਂ ਤੋਂ ਅਸੀਂ ਲੁੱਟ ਖਸੁੱਟ ਕਰਦੇ ਹਾਂ, ਠੱਗੀਆਂ ਮਾਰਦੇ ਹਾਂ, ਚੋਰੀਆਂ ਕਰਦੇ ਹਾਂ, ਬੇਈਮਾਨੀਆਂ ਕਰਦੇ ਹਾਂ। ਕਿਉਂ? ਆਪਣੇ ਪਰਿਵਾਰ ਦੇ ਮੋਹ ਵਸ ਹੋ ਕੇ। ਪਰਿਵਾਰ ਦੇ ਮੋਹ ਵਸ ਹੋ ਕੇ ਅਸੀਂ ਇਹ ਬੁਰਾ ਕੰਮ ਕਰਦੇ ਹਾਂ। ਇਹ ਮੋਹ ਜਿਹੜਾ ਇਹ ਗੁਨਾਹ ਵਾਲਾ ਹੋ ਗਿਆ ਹੈ। ਵੈਸੇ ਮੋਹ ਮਾੜਾ ਨਹੀਂ। ਹੋ ਕੁਰਬਾਨ ਕੀਤਾ ਤਿਸੇ ਬਿਟੋ, ਜਿਨ ਮੋਹ ਮਿੱਠਾ ਲਾਇਆ। ਧੰਨ ਗੁਰੂ ਅਮਰਦਾਸ ਜੀ ਨੇ ਤੇ ਉਸ ਵਾਹਿਗੁਰੂ ਨੂੰ ਆਖਿਆ, ਮੈਂ ਤੇਰੇ ਤੋਂ ਕੁਰਬਾਨ ਜਾਨਾ। ਤੂੰ ਇਹ ਲੋਕਾਂ ਦੇ ਅੰਦਰ ਮਿੱਠਾ ਮੋਹ ਲਾ ਕੇ ਨਾ ਇਹ ਸੰਸਾਰ ਦੀ ਰਚਨਾ ਨੂੰ ਅੱਗੇ ਤੋਂ ਅੱਗੇ ਤੋਰਿਆ। ਇੱਕ ਦੂਜੇ ਦੇ ਨਾਲ ਸਾਨੂੰ ਜੋੜ ਰੱਖਿਆ, ਇੱਕ ਦੂਜੇ ਦੇ ਨਾਲ ਸਾਨੂੰ ਬੰਨ ਰੱਖਿਆ। ਤੇ ਫਿਰ ਇਹ ਬੁਰਾ ਕਦੋਂ ਹੈ? ਮੋਹ ਮਾਇਆ ਕੇ ਸੰਗ ਨਾ ਲੇਪ। ਜਦੋਂ ਸਾਨੂੰ ਮਾਇਆ ਕਰਕੇ ਮੋਹ ਹੋ ਜਾਂਦਾ ਹੈ, ਆਪ ਦੂਜਿਆਂ ਤੋਂ ਬੇਈਮਾਨੀ ਕਰਕੇ ਖੋਹ ਕੇ ਤੇ ਆਪਣਿਆਂ ਨੂੰ ਜਾ ਕੇ ਦੇਣਾ, ਇਹ ਮੋਹ ਮਾੜਾ ਹੈ, ਇਹ ਬੁਰਾ ਹੈ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਮਨ ਪਰਦੇਸੀ ਜੇ ਥੀਏ, ਇਹ ਸੰਸਾਰ ਹੈ, ਇੱਥੇ ਅਸੀਂ ਆਏ ਹੋਏ ਹਾਂ। ਸਾਡਾ ਮਨ ਇੱਥੇ ਇਸ ਤਰ੍ਹਾਂ ਰਹਿਣਾ ਕਰੇ ਜਿਵੇਂ ਪਰਦੇਸ ਦੇ ਵਿੱਚ ਰਹਿੰਦਾ ਹੈ। ਪਰਦੇਸ ਦੇ ਵਿੱਚ ਰਹਿੰਦਾ ਸਾਡਾ ਮਨ, ਉੱਥੇ ਕਿਸੇ ਨਾਲ ਮੋਹ ਨਹੀਂ ਹੁੰਦਾ। ਤੇ ਜਦੋਂ ਅਸੀਂ ਇੱਥੋਂ ਗਏ ਹੁੰਦੇ ਹਾਂ, ਇੱਥੋਂ ਦੇ ਪਰਿਵਾਰ ਦੇ ਨਾਲ ਸਾਡਾ ਮੋਹ ਹੁੰਦਾ, ਤੇ ਅਸੀਂ ਫਿਰ ਉੱਥੋਂ ਕਮਾਈ ਕਰ ਕਰਕੇ ਤੇ ਇਸ ਪਰਿਵਾਰ ਨੂੰ ਭੇਜ ਰਹੇ ਹਾਂ। ਹੁਣ ਗੱਲ ਦੀ ਸਮਝ ਆਏਗੀ। ਉਵੇਂ ਇੱਥੋਂ ਨਾਮ ਦੀ ਕਮਾਈ ਕਰਨੀ ਹੈ, ਸੇਵਾ ਦੀ ਕਮਾਈ ਕਰਨੀ ਹੈ, ਬੰਦਗੀ ਦੀ ਕਮਾਈ ਕਰਨੀ ਹੈ, ਤੇ ਭੇਜਣੀ ਕਿੱਥੇ ਹੈ? ਸੱਚਖੰਡ ਦੇ ਵਿੱਚ। ਉਹ ਸਾਡਾ ਪਰਿਵਾਰ ਹੈ, ਉਹ ਸਾਡਾ ਘਰ ਹੈ। ਇੱਥੇ ਅਸੀਂ ਪਰਦੇਸੀਆਂ ਦੀ ਤਰ੍ਹਾਂ ਰਹਿਣਾ ਹੈ। ਇੱਥੇ ਮਾਇਆ ਦੇ ਮੋਹ ਵਸ ਹੋ ਕੇ ਨਾ ਪਾਪ ਨਹੀਂ ਕਰਨਾ, ਗੁਨਾਹ ਨਹੀਂ ਕਰਨਾ, ਨਾਮ ਦੀ ਕਮਾਈ ਕਰਨੀ ਹੈ। ਜਿਵੇਂ ਪਰਦੇਸ ਦੇ ਵਿੱਚ ਗਿਆ ਹੋਇਆ ਧਨ ਦੀ ਕਮਾਈ ਕਰਕੇ ਤੇ ਆਪਣੇ ਪਰਿਵਾਰ ਨੂੰ ਦਿੰਦਾ ਹੈ, ਉਵੇਂ ਜਿਵੇਂ ਅਸੀਂ ਇੱਥੇ ਨਾਮ ਦੀ ਕਮਾਈ ਕਰਨੀ ਹੈ, ਬੰਦਗੀ ਦੀ ਕਮਾਈ ਕਰਨੀ ਹੈ, ਸੇਵਾ ਦੀ ਕਮਾਈ ਕਰਨੀ ਹੈ। ਤੇ ਉਹ ਕਮਾਈ ਕਰਨੀ ਕਾਹਦੇ ਵਾਸਤੇ? ਬੈਕੁੰਠ ਵਾਸਤੇ, ਸੱਚਖੰਡ ਵਾਸਤੇ। ਇਹ ਗੱਲ ਗੁਰੂ ਮਹਾਰਾਜ ਜੀ ਇੱਥੇ ਦੱਸ ਰਹੇ ਨੇ। ਮਨ ਪਰਦੇਸੀ ਜੇ ਥੀਏ। ਇਸ ਤਰ੍ਹਾਂ ਭਾਈ ਜੇ ਮਨ ਪਰਦੇਸੀ ਹੋ ਜਾਵੇ ਨਾ ਇਸ ਦੁਨੀਆ ਤੇ ਰਹਿੰਦਾ ਹੋਇਆ, ਸਭ ਦੇਸ ਪਰਾਇਆ।
ਤੇ ਇਹ ਦੁਨੀਆ ਤੇ ਜਿੱਥੇ ਅਸੀਂ ਰਹਿ ਰਹੇ ਹਾਂ ਇਹਨਾਂ ਸਾਰਿਆਂ ਨੂੰ ਪਰਾਇਆ ਸਮਝ ਨਾ ਕਰੇ, ਭਾਵ ਇਹਨਾਂ ਦੇ ਵਿੱਚ ਮੋਹ ਦੇ ਵਸ ਹੋ ਕੇ ਤੇ ਪਾਪ ਨਾ ਕਰਨਾ ਕਰੇ ਜੀ। ਕਿਸ ਪਹਿ ਖੋਲੋ ਗੰਠੜੀ ਦੁਖੀ ਭਰ ਆਇਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਰਾ ਸੰਸਾਰ ਹੀ ਜਿਹੜਾ ਨਾ ਇਹ ਦੁੱਖ ਦੇ ਨਾਲ ਭਰਿਆ ਹੋਇਆ ਹੈ। ਕਿਸੇ ਨੂੰ ਕੋਈ ਦੁੱਖ ਹੈ, ਕਿਸੇ ਨੂੰ ਕੋਈ ਦੁੱਖ ਹੈ। ਤੇ ਇਹ ਦੁੱਖਾਂ ਦੀ ਜਿਹੜੀ ਪੰਡ ਹੈ ਨਾ, ਗੰਠੜੀ ਦਾ ਅਰਥ ਹੁੰਦਾ ਹੈ ਪੰਡ, ਇਹ ਬਾਗੜ ਦੀ ਬੋਲੀ ਦਾ ਸ਼ਬਦ ਹੈ। ਆਪਾਂ ਕਹਿ ਦਿੰਦੇ ਆ ਪੰਡ ਤੇ ਉਹ ਗੰਠੜੀ ਆਖ ਦਿੰਦੇ ਨੇ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇੱਕ ਹੋਰ ਵੀ ਹੈ, ਛੋਟੀ ਬੁਚਕੀ ਨੂੰ ਵੀ ਗੰਠੜੀ ਆਖ ਦਿੰਦੇ ਨੇ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਕਿਸ ਪੈ ਖੋਲੋ ਗੰਠੜੀ, ਇਹ ਬੁਚਕੀ ਕਿੰਦੇ ਅੱਗੇ ਅਸੀਂ ਖੋਲਣਾ ਕਰੀਏ, ਇਹ ਪੰਡ ਕਿੰਦੇ ਅੱਗੇ ਅਸੀਂ ਖੋਲਣਾ ਕਰੀਏ। ਦੁਖੀ ਪਰ ਆਇਆ, ਸਾਰੇ ਦੁਖੀ ਨੇ, ਜਿੰਨੇ ਵੀ ਹੈਗੇ ਨੇ ਉਤਨੇ ਸਾਰੇ ਹੀ ਦੁਖੀ ਨੇ। ਤੇ ਪੰਡ ਖੋਲਣ ਦਾ ਜਿਹੜਾ ਤਰੀਕਾ ਹੈ ਨਾ, ਉਹ ਵੀ ਮੈਂ ਥੋੜਾ ਜਿਹਾ ਦੱਸ ਦਿੰਦਾ। ਕੋਈ ਬੰਦਾ ਹੈ, ਉਹਨੇ ਆਪਣੇ ਅੰਦਰ ਦੁੱਖ ਲੁਕਾਏ ਹੋਣ ਨਾ, ਤੇ ਜੇ ਅਸੀਂ ਚਾਹੁੰਦੇ ਹਾਂ ਨਾ ਵੀ ਉਹ ਆਪਣੇ ਦੁੱਖਾਂ ਦੀ ਪੰਡ ਸਾਡੇ ਅੱਗੇ ਖੋਲ ਦੇ, ਤੇ ਇਹਦਾ ਤਰੀਕਾ ਇਹ ਕਿ ਆਪਣੇ 2-4 ਦੁੱਖ ਨੇ ਨਾ ਜਿਹੜੇ, ਉਹਨੂੰ ਤੁਸੀਂ ਦੱਸ ਦਿਓ, ਬਸ ਫਿਰ ਉਹਨੇ ਅੱਗੇ ਪੰਡ ਦੀ ਪੰਡ ਸਾਰੀ ਖੋਲ ਦੇਣੀ ਹੈ। ਇੱਕ ਮਾਈ ਹੈ ਨਾ, ਉਹਦੇ ਪਾਸ ਦੂਜੀ ਮਾਈ ਜਾ ਕੇ ਕਹਿ ਦੇਣਾ ਵੀ ਮੇਰੀ ਨੂੰਹ ਤਾਂ ਇਸ ਤਰ੍ਹਾਂ ਕਰਦੀ ਹੈ, 2-4 ਭਾਵੇਂ ਜਾਣ ਕੇ ਨਿੰਦਿਆ ਜੀ ਚੁਗਲੀ ਜੀ ਕਰ ਦੇਣਾ, ਫਿਰ ਉਹ ਆਪਦੀ ਦੂਜੀ ਜਿਹੜੀ ਆਪਦੀ ਨੂੰਹ ਦੀਆਂ ਫਿਰ ਸਾਰੀਆਂ ਖੋਲ ਕੇ ਦੱਸ ਦਿੰਦੀ, ਭੈਣਾ ਤੂੰ ਕੀ ਰੋਣੀ ਹੈ, ਮੇਰੀ ਵੀ ਇਸ ਤਰ੍ਹਾਂ ਦੀ। ਇਸ ਤਰ੍ਹਾਂ ਇਹ ਪੰਡ ਵੀ ਖੁੱਲ੍ਹ ਜਾਂਦੀ ਹੈ, ਦੂਜਿਆਂ ਦੇ ਅੱਗੇ ਪਤਾ ਲੱਗ ਜਾਂਦਾ ਵੀ ਇਹ ਵੀ ਮੇਰੇ ਵਰਗਾ ਹੀ ਹੈ। ਕਿਸ ਪੈ ਖੋਲੋ ਗੰਠੜੀ, ਇਹ ਦੁੱਖਾਂ ਦੀ ਗੰਢ ਹੈ, ਬੁਚਕੀ ਹੈ, ਕਿੰਦੇ ਅੱਗੇ ਖੋਲੀਏ। ਦੁਖੀ ਪਰ ਆਇਆ, ਇਹ ਸਾਰਾ ਸੰਸਾਰ ਹੈ ਜਿਹੜਾ ਦੁੱਖਾਂ ਦੀਆਂ ਪੰਡਾਂ ਦੇ ਨਾਲ ਭਰਿਆ ਪਿਆ ਹੈ ਜੀ। ਦੁਖੀ ਪਰ ਆਇਆ ਜਗਤ ਸਬਾਇਆ, ਕੌਣ ਜਾਣੇ ਵਿਧ ਮੇਰੀਆ। ਕੌਣ ਜਾਣੇ ਵਿਧ ਮੇਰੀਆ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜਿਹੜਾ ਮਾਰਗ ਅਸੀਂ ਚਲਾਇਆ ਨਾ, ਵਿਧ ਦਾ ਅਰਥ ਹੁੰਦਾ ਤਰੀਕਾ, ਜਿਹੜੀ ਜੁਗਤੀ, ਜਿਹੜਾ ਤਰੀਕਾ, ਜਿਹੜਾ ਗੁਰੂ ਮਾਰਗ ਅਸੀਂ ਚਲਾਇਆ ਨਾ, ਉਹ ਕੋਈ ਨਹੀਂ ਜਾਣਦਾ। ਕੌਣ ਜਾਣੇ ਵਿਧ ਮੇਰੀਆ, ਜਿਹੜੇ ਰਸਤੇ ਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਤੋਰਿਆ ਨਾ, ਉਹ ਕੋਈ ਨਹੀਂ ਜਾਣਦਾ। ਦੁਖੀ ਪਰ ਆਇਆ, ਸਾਰੇ ਜਿਤਨੇ ਵੀ ਆਉਂਦੇ ਨੇ ਦੁੱਖ ਦੇ ਨਾਲ ਭਰੇ ਆਉਂਦੇ ਨੇ। ਜਗਤ ਸਬਾਇਆ, ਸਾਰਾ ਹੀ ਜਗਤ। ਸਵੇਰੇ ਤਕਰੀਬਨ 4 ਵਜੇ ਧੰਨ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਦੋਂ ਤੋਂ ਸੰਗਤ ਆਉਂਦੀ ਹੈ ਤੇ ਸ਼ਾਮ ਦੇ 7-7:30 ਵੱਜ ਜਾਂਦੇ ਨੇ। ਮੈਂ ਨਹੀਂ ਵੇਖਿਆ ਵੀ ਇੱਥੇ ਆਣ ਕੇ ਕਿਸੇ ਨੇ ਇਹ ਆਖਿਆ ਹੋਵੇ, ਬਾਬਾ ਜੀ ਜਾਂ ਗ੍ਰੰਥੀ ਸਿੰਘ ਜੀ ਸਾਡੀ ਅਰਦਾਸ ਕਰੋ, ਮੈਨੂੰ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਨਾਮ ਦੀ ਦਾਤ ਪ੍ਰਾਪਤ ਹੋਵੇ। ਇਹ ਨਹੀਂ ਗੱਲ ਕੋਈ ਆਖਦਾ। ਤੇ ਗੁਰੂ ਨਾਨਕ ਦੇਵ ਜੀ ਤਾਂ ਇਹੀ ਗੱਲ ਹੈ ਨਾ, ਗੁਰੂ ਜੀ ਨੇ ਤੇ ਇਹੀ ਆਖਿਆ ਨਾ, ਇਹੀ ਵਿਧੀ ਸਾਨੂੰ ਦੱਸੀ ਹੈ, ਨਾਮ ਜਪੋ, ਸਿਮਰਨ ਕਰੋ, ਅਭਿਆਸ ਕਰੋ। ਇਹ ਨਹੀਂ, ਇਸ ਪਾਸੇ ਨਹੀਂ। ਤੇ ਆਉਂਦੇ ਨੇ, ਕੋਈ ਅੰਤ ਹੀ ਨਹੀਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਤਨੇ ਅਰਦਾਸਾਂ ਵਾਲੇ ਆਉਂਦੇ ਨੇ। ਤੇ ਆਣ ਕੇ ਕੀ ਕਹਿਣਗੇ, ਮੇਰਾ ਪੁੱਤਰ ਦੁਖੀ ਏ, ਮੇਰੀ ਧੀ ਦੁਖੀ ਏ, ਮੈਂ ਦੁਖੀ ਹਾਂ, ਮੇਰਾ ਘਰ ਦਾ, ਮੇਰੀ ਘਰ ਦੀ, ਸਾਡੇ ਮਾਲ ਪਸ਼ੂ ਡੰਗਰ ਸਾਰਾ ਕੁਝ, ਕਿਸੇ ਦਾ ਕੋਈ ਦੁੱਖ ਹੈ, ਕਿਸੇ ਦਾ ਕੋਈ ਦੁੱਖ ਹੈ, ਕਿ ਕਦੀ ਕਿਸੇ ਨੇ ਅਰਦਾਸ ਨਹੀਂ ਕੀਤੀ। ਧੰਨ ਗੁਰੂ ਜੀ ਜਾਵਣੇ ਖਰੇ ਡਰਾਵਣੇ ਟੋਟ ਨਾ ਆਵੇ। ਹੁਣ ਜਿਨ੍ਹਾਂ ਦੇ ਅੰਦਰ ਜਾਨ ਨਾ ਹੋਵੇ ਨਾ, ਉਹ ਡਰਾਉਣੇ ਲੱਗਦੇ ਨੇ, ਪੁਤਲੇ ਲੱਗਦੇ ਨੇ ਵੀ ਇਹ ਪੁਤਲੇ ਜੇ ਪਤਾ ਨਹੀਂ ਕਿੱਥੋਂ ਮੁਰਦੇ ਨੇ। ਡਰਾਉਣਾ ਉਹਨੂੰ ਆਖਿਆ ਜਾਂਦਾ, ਖੇਤ ਦੇ ਵਿੱਚ ਵੀ ਅਸੀਂ ਖੜਾ ਕਰ ਦਿੰਦੇ, ਉਹਨਾਂ ਦੇ ਵਿੱਚ ਜਾਨ ਨਹੀਂ ਹੈਗੀ, ਇਹ ਡਰਾਉਣਾ ਹੈ, ਡਰਾਏਗਾ ਇਹ ਕੋਈ ਚੰਗਾ ਕੰਮ ਨਹੀਂ ਕਰੇਗਾ, ਇਹ ਡਰਾਏਗਾ। ਇਸੇ ਤਰ੍ਹਾਂ ਜਦੋਂ ਮਨੁੱਖ ਦੇ ਅੰਦਰ ਰਹਿਮਤ ਕਰਦੇ ਨੇ, ਸਾਨੂੰ ਇਹ ਦੱਸਦੇ ਨੇ, ਆਵਣੇ ਜਾਵਣੇ, ਵੇਖੋ ਪਤਾ ਨਹੀਂ ਕਿੰਨੇ ਕੁ ਆਉਂਦੇ ਨੇ ਤੇ ਕਿੰਨੇ ਕੁ ਜਾ ਰਹੇ ਨੇ, ਕਿੰਨੇ ਕੁ ਜਨਮ ਲੈ ਰਹੇ ਨੇ ਤੇ ਕਿੰਨੇ ਕੁ ਮਰ ਰਹੇ ਨੇ, ਦਾ ਕੋਈ ਅੰਤ ਥੋੜ੍ਹੀ ਏ। ਖਰੇ ਡਰਾਵਣੇ, ਇਹ ਬਿਲਕੁਲ ਡਰਾਉਣੇ ਖੜੇ ਨੇ। ਜਿਵੇਂ ਖੇਤ ਦੇ ਵਿੱਚ, ਇੱਥੇ ਖਰੇ ਦਾ ਅਰਥ ਹੈ ਖੜਾ, ਜਿਵੇਂ ਖੇਤ ਦੇ ਵਿੱਚ ਡਰਾਉਣਾ ਖੜਾ ਹੁੰਦਾ ਨਾ, ਸਾਰੇ ਧਰਤੀ ਤੇ ਡਰਾਉਣਿਆਂ ਦੀ ਤਰ੍ਹਾਂ ਖੜੇ ਨੇ। ਤੇ ਡਰਾਉਣੇ ਕਿਵੇਂ ਨੇ? ਨਾਮ ਤੋਂ ਬਿਨਾਂ, ਨਾਮ ਤੋਂ ਸਖਣੇ। ਜਿਵੇਂ ਜਾਨ ਤੋਂ ਬਿਨਾਂ ਮੁਰਦਾ ਡਰਾਉਣਾ ਹੁੰਦਾ ਹੈ, ਉਵੇਂ ਨਾਮ ਤੋਂ ਬਿਨਾਂ ਅਸੀਂ ਸਾਰੇ ਡਰਾਉਣੇ ਆ। ਤੋਟ ਨਾ ਆਵੇ ਫੇਰੀਆ, ਇੱਥੇ ਕੋਈ ਘਾਟਾ ਥੋੜ੍ਹੀ ਪੈ ਰਿਹਾ ਫੇਰੀਆਂ ਦਾ। ਫੇਰੀਆ ਦਾ ਅਰਥ ਹੈ ਜੰਮਣਾ ਤੇ ਮਰਨਾ, ਜੂਨਾਂ ਦੀਆਂ ਫੇਰਿਆਂ ਦੇ ਵਿੱਚ। ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਫਿਰਤ, ਫੇਰੀ ਦਾ ਅਰਥ ਹੈ ਆਉਣਾ ਤੇ ਜਾਣਾ, ਇੱਥੇ ਜੂਨਾਂ ਦੇ ਵਿੱਚ ਆਉਣੇ ਜਾਂਦੇ ਆ। ਤੋਟ ਨਾ ਆਵੇ ਫੇਰੀਆ,
ਇਸ ਤਰ੍ਹਾਂ ਜੂਨਾਂ ਦੇ ਵਿੱਚ ਆਉਣ ਵਾਲਿਆਂ ਦਾ ਕੋਈ ਘਾਟਾ ਨਹੀਂ। ਕਿਤਨੀ ਕੁ ਦੁਨੀਆ ਜਿਹੜੇ 84 ਲੱਖ ਜੂਨਾਂ ਨੂੰ ਭੋਗ ਰਹੀ ਏ ਤੇ ਆਉਣਾ ਜਾਣਾ ਜਿਹੜਾ ਇਹ ਬਣਿਆ, ਕਿਉਂਕਿ ਧਰਤੀ ਤੇ ਨਾਮ ਤੋਂ ਸੱਖਣੇ ਹਾਂ, ਜਿਸ ਕਰਕੇ ਡਰਾਉਣਿਆਂ ਦੀ ਤਰ੍ਹਾਂ ਖੜੇ ਹਾਂ ਜੀ। ਨਾਮ ਵਿਹੂਣੇ ਊਣੇ ਝੂਣੇ, ਨਾ ਗੁਰ ਸ਼ਬਦ ਸੁਣਾਇਆ। ਨਾਮ ਤੋਂ ਬਿਨਾ, ਵਿਹੂਣੇ ਦਾ ਅਰਥ ਹੁੰਦਾ ਬਿਨਾ, ਵਿਹੂਣੇ ਦਾ ਅਰਥ ਹੁੰਦਾ ਸੱਖਣਾ ਖਾਲੀ। ਜਿਹੜੇ ਮਨੁੱਖ ਦੇ ਅੰਦਰ ਨਾਮ ਨਹੀਂ, ਨਾਮ ਤੋਂ ਸੱਖਣਾ, ਨਾਮ ਨਹੀਂ ਜਪਦਾ, ਊਣੇ, ਉਹ ਊਣੇ ਨੇ, ਉਹ ਪੂਰੇ ਹੋ ਕੇ ਨਹੀਂ ਜਾਣਗੇ। ਜਦੋਂ ਕੋਈ ਮਰਦਾ ਨਾ ਤੇ ਆਪਾਂ ਕਹਿ ਦਿੰਦੇ ਆ ਫਲਾਣਾ ਸਿੰਘ ਪੂਰਾ ਹੋ ਗਿਆ ਭਾਈ, ਉਹਦਾ ਸਰੀਰ ਹੈ ਜਿਹੜਾ ਉਹ ਜ਼ਰੂਰ ਪੂਰਾ ਹੋ ਗਿਆ, ਪਰ ਉਹਦਾ ਜਿਹੜਾ ਜੰਮਣ ਮਰਨਾ ਹੈ ਨਾ ਉਹ ਅਜੇ ਪੂਰਾ ਨਹੀਂ ਹੋਇਆ। ਉਹਦੇ ਕਰਮ ਪੂਰੇ ਨਹੀਂ ਹੋਏ। ਆਪਣੇ ਕੀਤੇ ਹੋਏ ਕਰਮਾਂ ਨੂੰ ਭੋਗਣ ਦੇ ਲਈ ਅੱਗੇ ਹੋਰ ਸਰੀਰ ਲੈ ਲਿਆ ਉਸਨੇ। ਨਾਮ ਵੀ ਹੁਣੇ, ਨਾਮ ਤੋਂ ਸੱਖਣੇ, ਨਾਮ ਤੋਂ ਖਾਲੀ ਨੇ ਜਿਹੜੇ ਊਣੇ, ਇਹ ਸਾਰੇ ਊਣੇ ਨੇ। ਤੇ ਊਣੇ ਨੇ ਜਿਹੜੇ ਝੂਣੇ, ਝੂਣੇ ਗੱਗਰ ਦੇ ਵਿੱਚ ਜਾਂ ਤੋੜੇ ਦੇ ਵਿੱਚ ਪਾਣੀ ਹੋਵੇ ਤੇ ਉਹ ਅੱਧੀ ਤੋਂ ਥੋੜੀ ਜਿਹੀ ਜ਼ਿਆਦਾ ਹੋਵੇ ਜਾਂ ਅੱਧੀ ਕੁ ਹੋਵੇ ਨਾ, ਤੇ ਸਿਰ ਤੇ ਚੱਕ ਕੇ ਤੁਰਨੀ ਬੜੀ ਔਖੀ ਏ, ਬਹੁਤ ਔਖੀ ਏ। ਪਾਣੀ ਇਤਨਾ ਉਛਲਦਾ ਹੈ, ਚੱਕਣ ਵਾਲੇ ਨੂੰ ਨਾ ਸਾਰਾ ਹੀ ਉਹ ਭੇਜ ਦਿੰਦਾ ਹੈ। ਇਹਨੂੰ ਆਖਿਆ ਜਾਂਦਾ ਝੂਣੇ ਝੂਲਦੇ ਜਾਂਦੇ। ਤੇ ਝੂਲਦਾ ਕੌਣ ਜਾਂਦਾ? ਉਹ ਝੂਲਦਾ ਜਾਂਦਾ ਜਾਂ ਤਾਂ ਫਿਰ ਉਹ ਨਸ਼ੇ 'ਚ ਹੋਏਗਾ ਚੰਗਾ, ਉਹ ਸੜਕ ਮਿਣਦਾ ਜਾਂਦਾ ਹੁੰਦਾ ਵੀ ਕਿੰਨੀ ਕੁ ਚੌੜੀ ਏ, ਕਦੀ ਇੱਧਰ ਪਾਸੇ ਹੋ ਜਾਏਗਾ, ਕਦੀ ਇੱਧਰਲੇ ਪਾਸੇ। ਥੋੜ੍ਹੇ ਦਿਨ ਹੋ ਗਏ ਨੇ ਮੈਂ ਵੇਖਿਆ ਇੱਕ ਸ਼ਰਾਬੀ ਸੀ ਤੇ ਉਹ ਇੱਕ ਕੰਢੇ ਤੇ ਜਾਵੇ ਤੇ ਫਿਰ ਦੂਜੇ ਕੰਢੇ ਤੇ ਜਾਵੇ। ਮੈਂ ਕਿਹਾ ਵੀ ਸੜਕ ਦੀ ਮਿਣਤੀ ਕਰਦਾ ਜਾਂਦਾ ਵੀ ਕਿਤੋਂ ਕਿਤੇ ਸੌੜੀ ਤਾਂ ਨਹੀਂ ਕਰ ਦਿੱਤੀ, ਕਿਤੇ ਚੌੜੀ ਤਾਂ ਨਹੀਂ ਕਰ ਦਿੱਤੀ, ਕਿਉਂ ਸਿੱਧਾ ਤੇ ਤੁਰੇ ਨਹੀਂ ਸੀ ਜਾਂਦਾ। ਨਾਮ ਵਿਹੂਣੇ ਊਣੇ ਝੂਣੇ ਜਿਹੜੇ ਨਾਮ ਤੋਂ ਸੱਖਣੇ ਨੇ ਉਹ ਇਸ ਤਰ੍ਹਾਂ ਝੂਣੇ ਨੇ, ਝੂਰਦੇ ਜਾਂਦੇ ਨੇ, ਝੂਲਦੇ ਜਾਂਦੇ ਨੇ, ਧੱਕੇ ਖਾਂਦੇ ਜਾਂਦੇ ਨੇ। ਨਾ ਗੁਰ ਸ਼ਬਦ ਸੁਣਾਇਆ, ਤੇ ਗੁਰੂ ਮਹਾਰਾਜ ਜੀ ਨੇ ਵੀ ਉਹਨਾਂ ਨੂੰ ਨਾ ਫਿਰ ਸ਼ਬਦ ਜਿਹੜਾ ਉਹ ਨਹੀਂ ਸੁਣਾਉਣਾ। ਗੁਰੂ ਜੀ ਨੇ ਉਹਨਾਂ ਨੂੰ ਸ਼ਬਦ ਨਹੀਂ ਦੇਣਾ। ਨਾ ਗੁਰ ਸ਼ਬਦ ਸੁਣਾਇਆ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਵੀ ਇਹਨਾਂ ਨੂੰ ਸ਼ਬਦ ਵੀ ਨਹੀਂ ਸੁਣਾਉਣਾ ਹੈ ਜੀ। ਮਨ ਪਰਦੇਸੀ ਜੇ ਥੀਐ, ਸਭ ਦੇਸ ਪਰਾਇਆ। ਜੇ ਗੁਰੂ ਦੀ ਕਿਰਪਾ ਹੋ ਜਾਵੇ, ਸਾਡਾ ਮਨ ਇੱਥੇ ਇਸ ਤਰ੍ਹਾਂ ਰਹਿਣ ਲੱਗ ਜਾਵੇ ਜਿਵੇਂ ਪਰਦੇਸ ਦੇ ਵਿੱਚ ਰਹਿੰਦਾ ਏ, ਤੇ ਫਿਰ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਜਿਹੜੇ ਦੇਸ਼ ਦੇ ਵਿੱਚ, ਜਿਹੜੀ ਥਾਂ ਤੇ ਅਸੀਂ ਰਹਿ ਰਹੇ ਹਾਂ, ਇਹ ਸਾਨੂੰ ਪਰਾਇਆਂ ਦੀ ਤਰ੍ਹਾਂ ਲੱਗੇਗਾ। ਤੇ ਜਿੱਥੇ ਅਸੀਂ ਅੱਗੇ ਜਾਣਾ ਨਾ, ਜਿਹਨੂੰ ਬੇਗਮਪੁਰਾ ਵੀ ਆਖਿਆ, ਉਹ ਸਾਡਾ ਆਪਣਾ ਦੇਸ਼, ਆਪਣਾ ਪਰਿਵਾਰ ਲੱਗੇਗਾ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ। ਇਤਨੀ ਕੁ ਸੇਵਾ ਸੰਗਤਾਂ ਨੇ ਪ੍ਰਵਾਨ ਕਰਨੀ। 2 ਪੌੜੀਆਂ ਰਹਿ ਗਈਆਂ ਨੇ, 7 ਹੋ ਗਈਆਂ ਨੇ। ਗੁਰੂ ਜੀ ਕਿਰਪਾ ਕਰਨਗੇ, ਰਹਿਮਤ ਕਰਨਗੇ। ਆਉਣ ਵਾਲੇ ਸਮੇਂ ਦੇ ਵਿੱਚ ਆਪ ਸੇਵਾ ਲੈ ਲੈਣਗੇ। ਦੇਵੋ ਸੱਜਣ ਆਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲ।